ਬਹੁਤ ਸਾਰੇ ਇਹ ਵੀ ਦਿੱਕਤਾਂ ਆ ਰਹੀਆਂ ਸੀਗੀਆਂ ਕਿ ਘਰਾਂ ਦੇ ਵਿੱਚ ਜਗ੍ਹਾ ਨਹੀਂ ਹੈਗੀ, ਮੀਂਹ ਕਣੀ ਵੀ ਜਿਹੜਾ ਹੈਗਾ ਮੌਸਮ ਦੀ ਬਿਮਾਰ ਵੀ ਪਈ ਸੀਗੀ, ਹੁਣ ਪਿੱਛੇ ਜੇ ਮੀਂਹ ਪਿਆ ਸੀਗਾ। ਕਿੱਥੇ ਸਾਥ ਦਿੰਨੇ ਆ ਜੀ, ਸਾਨੂੰ ਕੌਣ ਪੈਸਾ ਦੇਊਗਾ ਜੀ, ਬੈਂਕ ਥੋੜੀ ਦੇ ਦੂੰਗੇ। ਆੜਤੀ ਤੋਂ ਤਾਂ ਅਸੀਂ ਬਿਨਾ ਕਿਸੇ ਵੀ ਉਹ ਤੋਂ ਆ ਕੇ ਪੈਸਾ ਦੁੱਖ ਹੁੰਦਾ ਸੁੱਖ ਹੁੰਦਾ ਜਦੋਂ ਮਰਜ਼ੀ, ਦਿੰਨੇ ਆ ਜੀ ਸਾਨੂੰ। ਹਾਂ ਜਦੋਂ ਮਰਜ਼ੀ ਆੜਤੀ ਨੂੰ ਸਿੱਧੀ ਪੇਮੈਂਟ ਗੰਨੇ ਦੀ ਹੈ ਜੀ, ਸਾਡੀ 2-2 ਸਾਲ ਦੇ ਪੈਸੇ ਨਹੀਂ ਆਉਂਦੇ ਜੀ ਗੰਨੇ ਦੀ ਪੇਮੈਂਟ ਦੇ। ਹੁਣ ਕਣਕ ਦਾ ਵੀ ਇਹੀ ਹੋਏ ਕਰੂਗਾ, ਪੈਸੇ ਰੋਕ ਲਿਆ ਕਰੂੰਗੇ ਜੀ ਅਸੀਂ, ਫਿਰ ਸਾਈਡ ਤਾਂ ਸਾਡਾ ਤਾਂ ਇੱਕ ਦਿਨ ਦੇ ਪੈਸੇ ਵੀ ਨਾ ਸਰਦਾ ਜੀ। ਅਸੀਂ ਅੱਜ ਸਵੇਰ ਦੇ ਆਏ ਪਏ 5 ਵਜੇ ਦੇ ਕਣਕ ਲੈ ਕੇ। ਕੋਈ ਇੱਥੇ ਕਣਕ ਨੂੰ ਨਾ ਕੋਈ ਸਾਡੇ ਨੂੰ ਦੇਖਣਾ ਆਇਆ, ਨਾ ਕੋਈ ਏਜੰਸੀ ਵਾਲਾ ਆਇਆ, ਨਾ ਕੋਈ ਮਾਰਕੀਟ ਦਫ਼ਤਰ ਤੇ ਆਇਆ। ਕਿਸਾਨ ਬਹੁਤ ਪਰੇਸ਼ਾਨ ਹੋ ਰਿਹਾ। ਸੰਭਰਿਆ ਸੰਭਰਾਇਆ ਬਈਆਂ ਤੇ ਆਪ ਆ ਕੇ ਮਾਰਕੀਟ ਵਾਲਿਆਂ ਨੇ ਇੱਥੇ ਕੋਈ ਸੰਭਰਿਆ ਬਣ ਤਾਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ। ਆੜਤੀਆਂ ਨਾਲ ਸਾਡੇ ਤਾਂ ATM ਸੀ ਜੀ ਇਹ, ਵੀ ਜਦ ਸਾਨੂੰ ਰੋਡ ਪੈ ਗਈ, ਕੋਈ ਬਿਮਾਰ ਹੋ ਗਿਆ ਜੀ, ਅਸੀਂ ਆੜਤੀ ਤੋਂ ਰਾਤ ਬਰਾਤ ਕਦੇ ਵੀ ਪੈਸੇ ਫੜ ਕੇ ਲੈ ਜਾਂਦੇ ਸੀ। ਹੁਣ ਸਾਨੂੰ ਕੌਣ ਪੈਸਾ ਦੇਊਗਾ, ਛੋਟੇ ਜ਼ਿਮੀਂਦਾਰ ਆ ਸਾਰੇ। ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਅੱਜ ਤੋਂ ਪੰਜਾਬ ਦੇ ਵਿੱਚ ਮੰਡੀਆਂ ਦੇ ਵਿੱਚ ਖਰੀਦ ਸ਼ੁਰੂ ਹੋਣੀ ਸੀ, ਪਰ ਤਾਜ਼ਾ ਸਥਿਤੀ ਮੰਡੀਆਂ ਦੀ ਕੀ ਹੈ ਇਸ ਦਾ ਜਾਇਜ਼ਾ ਲੈਣ ਦੇ ਲਈ ਟੀਵੀ ਪੰਜਾਬ ਦੀ ਟੀਮ ਪਹੁੰਚੀ ਹੈ ਖਰੜ ਦੀ ਮੰਡੀ ਦੇ ਵਿੱਚ। ਤਾਂ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੈਗੇ ਹੋ ਕਿ ਮੰਡੀਆਂ ਇਸ ਵੇਲੇ ਸੁਨਸਾਨ ਪਈਆਂ ਹੋਈਆਂ ਨੇ, ਕਿਉਂਕਿ ਰੇੜਕਾ ਕੇਂਦਰ ਸਰਕਾਰ ਦੇ ਵੱਲੋਂ ਜਾਰੀ ਕੀਤੇ ਹੋਏ ਫਰਮਾਨ ਦਾ ਹੈ। ਕੇਂਦਰ ਸਰਕਾਰ ਨੇ ਫਰਮਾਨ ਜਾਰੀ ਕੀਤਾ ਸੀ ਕਿ ਜਿਹੜੀ ਅਦਾਇਗੀ ਹੈ ਉਹ ਸਿੱਧੀ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਹੋਊਗੀ, ਪਰ ਆੜਤੀਏ ਕਹਿ ਰਹੇ ਨੇ ਕਿ ਜੇਕਰ ਇਹ ਅਦਾਇਗੀ ਹੁੰਦੀ ਹੈ ਤਾਂ ਉਹ ਆੜਤੀਆਂ ਦੇ ਜ਼ਰੀਏ ਹੀ ਕਰਵਾਈ ਜਾਵੇ। ਇਸ ਨੂੰ ਲੈ ਕੇ ਆੜਤੀਆ ਐਸੋਸੀਏਸ਼ਨ ਦੇ ਨਾਲ ਵੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਗਾਤਾਰ ਬੈਠਕਾਂ ਕਰ ਰਹੇ ਨੇ। ਪੰਜਾਬ ਦੇ 3 ਮੰਤਰੀ ਵਿਜੇ ਇੰਦਰ ਸਿੰਗਲਾ, ਭਾਰਤ ਭੂਸ਼ਣ ਆਸ਼ੂ, ਮਨਪ੍ਰੀਤ ਬਾਦਲ ਤੇ ਲਾਲ ਸਿੰਘ ਦਿੱਲੀ ਜਾ ਕੇ ਪਿਊਸ਼ ਗੋਇਲ ਦੇ ਨਾਲ ਗੱਲਬਾਤ ਵੀ ਕਰਦੇ ਨੇ, ਪਰ ਉਹਨਾਂ ਨੂੰ ਵੀ ਸਮਝਾਉਣ ਦੇ ਵਿੱਚ ਅਸਫਲ ਰਹਿੰਦੇ ਨੇ। ਤਾਂ ਕੱਲ ਆੜਤੀਆ ਐਸੋਸੀਏਸ਼ਨ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਸੀ ਕਿ ਅਸੀਂ ਮੰਡੀਆਂ ਨਹੀਂ ਖੁੱਲ੍ਹਣ ਦੇਵਾਂਗੇ, ਅਸੀਂ ਖਰੀਦ ਨਹੀਂ ਹੋਣ ਦੇਵਾਂਗੇ। ਤਾਂ ਅੱਜ ਵੀ ਬੈਠਕ ਜਿਹੜੀ ਹੈਗੀ ਆ ਉਹ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਵਿਜੇ ਕਾਲੜਾ ਉਹਨਾਂ ਦੀ ਹੋ ਰਹੀ ਹੈ। ਤਾਂ ਕੀ ਅੱਜ ਕੈਪਟਨ ਅਮਰਿੰਦਰ ਸਿੰਘ ਆੜਤੀਆਂ ਦੇ ਨਾਲ ਕੋਈ ਤਾਲਮੇਲ ਜਿਹੜਾ ਹੈ ਉਹ ਬਿਠਾ ਪਾਉਣਗੇ, ਤੇ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਖਰੀਦ ਸ਼ੁਰੂ ਹੋਊਗੀ ਜਾਂ ਖੱਜਲ ਖੁਆਰੀ ਕਿਸਾਨਾਂ ਦੀ ਇਸੇ ਤਰੀਕੇ ਦੇ ਨਾਲ ਅੱਗੇ ਜਾਰੀ ਰਹੂਗੀ? ਤਾਂ ਤਸਵੀਰਾਂ ਜਿਹੜੀਆਂ ਹੈਗੀਆਂ ਉਹ ਤੁਹਾਨੂੰ ਅਸੀਂ ਇਹ ਖਰੜ ਮੰਡੀ ਦਿਖਾ ਰਹੇ ਹਾਂ। ਨਾਲ ਹੀ ਸਾਡੇ ਨਾਲ ਇੱਥੇ ਅਧਿਕਾਰੀ ਮੌਜੂਦ ਹੈਗੇ ਨੇ, ਖਰੜ ਕਮੇਟੀ ਦੇ ਸਕੱਤਰ ਇੰਦਰਜੀਤ ਸਿੰਘ ਹੋਣੀ ਮੌਜੂਦ ਨੇ, ਤੇ ਨਾਲ ਹੀ ਖਰੜ ਦੇ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਸੁਨੀਲ ਅਗਰਵਾਲ ਵੀ ਸਾਡੇ ਨਾਲ ਮੌਜੂਦ ਨੇ। ਪਹਿਲਾਂ ਤਾਂ ਸਭ ਤੋਂ ਪਹਿਲਾਂ ਤੁਹਾਡੇ ਤੋਂ ਜਾਣਨਾ ਚਾਹਾਂਗੇ ਇੰਦਰਜੀਤ ਸਿੰਘ ਜੀ ਕਿ ਕੀ ਪ੍ਰਬੰਧ ਜਿਹੜੇ ਹੈਗੇ ਨੇ ਉਹ ਸਰਕਾਰ ਦੇ ਵੱਲੋਂ ਕੀਤੇ ਗਏ ਹੈਗੇ ਨੇ? ਸਰਕਾਰ ਵੱਲੋਂ ਮੰਡੀਆਂ ਦੇ ਪ੍ਰਬੰਧ ਜਿਵੇਂ ਸਾਨੂੰ ਪ੍ਰਸ਼ਾਸਨ ਨੇ ਦੱਸਿਆ, ਮੰਡੀ ਬੋਰਡ ਨੇ ਸਾਰੀਆਂ ਸਾਨੂੰ ਚੀਜ਼ਾਂ, ਮਾਸਕ ਵਗੈਰਾ, ਸੈਨੀਟਾਈਜ਼ਰ, ਬੈਨਰ, ਸਭ ਕੁਝ ਪ੍ਰੋਵਾਈਡ ਕੀਤਾ। ਮੁਲਾਜ਼ਮ ਸਾਡੇ ਦਿਨ ਰਾਤ ਮਿਹਨਤ ਕਰ ਰਹੇ ਨੇ ਵੀ ਪ੍ਰਬੰਧ ਕਿਸੇ ਪੱਖੋਂ ਵੀ ਆਪਣਾ ਕੋਈ ਕਮੀ ਪੇਸ਼ੀ ਨਾ ਰਵੇ। ਬਾਕੀ ਸਰਕਾਰ ਵੱਲੋਂ ਸਾਨੂੰ ਸਮੇਂ-ਸਮੇਂ 'ਤੇ ਹਦਾਇਤਾਂ ਜਾਰੀ ਕੀਤੀਆਂ ਗਈਆਂ ਕਿ ਜਿਹੜੇ ਆੜਤੀ ਸਾਹਿਬਾਨ, ਉਹਨਾਂ ਦੀ ਲੇਬਰ ਸਾਹਿਬਾਨ ਨੂੰ ਇੰਜੈਕਸ਼ਨ ਲਵਾਏ ਜਾਣ ਕੋਵਿਡ-19 ਮਹਾਂਮਾਰੀ ਕਾਰਨ। ਵੀ ਜੇ ਕੱਲ੍ਹ ਨੂੰ ਕੋਈ ਮੰਡੀ ਦੇ ਵਿੱਚ ਕੋਈ ਮਰੀਜ਼ ਪਾਇਆ ਜਾਂਦਾ ਤੇ ਮੰਡੀ ਬੰਦ ਹੋਣ ਦਾ ਖਦਸ਼ਾ। ਅਸੀਂ ਇਹਦੇ ਸੰਬੰਧ ਵਿੱਚ ਸਮੂਹ ਆੜਤੀ ਸਾਹਿਬਾਨ ਨੂੰ ਲੈਟਰਾਂ ਵੀ ਜਾਰੀ ਕੀਤੀਆਂ, ਹਦਾਇਤਾਂ ਵੀ ਜਾਰੀ ਕੀਤੀਆਂ ਵੀ ਤੁਸੀਂ ਇਹਨਾਂ ਹੁਕਮਾਂ ਦੀ ਇਨ-ਬਿਨ ਪਾਲਣਾ ਕਰੋ। ਜਿੱਥੋਂ ਤੱਕ ਟੀਕਾਕਰਨ ਕੋਵਿਡ ਦਾ ਇੱਥੇ ਵੀ ਕਰਵਾਇਆ ਜਾਊਗਾ, ਆੜਤੀਆਂ ਨੂੰ ਵੀ ਜਿਹੜਾ ਹੈਗਾ ਉਹ ਵੈਕਸੀਨੇਸ਼ਨ ਲਗਵਾਉਣ ਦੀ ਗੱਲ ਕਹੀ ਜਾ ਰਹੀ ਹੈ, ਤੇ ਨਾਲ ਹੀ ਕਿਸਾਨਾਂ ਨੂੰ ਵੀ ਕਹੀ ਜਾ ਰਹੀ ਹੈ। ਹਾਂਜੀ, ਕਿਸਾਨਾਂ ਨੂੰ ਵੀ ਨਾਲ ਹੀ, ਸਾਰਿਆਂ ਨੂੰ ਜੋ ਸਰਕਾਰ ਕਹਿ ਰਹੀ ਸਾਰਿਆਂ ਵਾਸਤੇ ਕਹਿ ਰਹੀ, ਵੀ ਇਕੱਲੇ ਆੜਤੀਆਂ ਲਈ ਨਹੀਂ, ਸਾਰੇ ਕਿਸਾਨ ਜਿਹੜੇ ਹੋਰ ਵੀ ਦੁਕਾਨਦਾਰ ਹਨ, ਸਬਜ਼ੀ ਮੰਡੀ ਵਾਲੇ ਵੀ ਆ, ਸਾਰਿਆਂ ਵਾਸਤੇ ਹੀ ਕਹਿ ਰਹੇ ਹੈਗੇ। ਅਸੀਂ ਸਾਰਿਆਂ ਨੂੰ ਕਹਿ ਰਹੇ ਵੀ ਇੰਜੈਕਸ਼ਨ ਲਵਾਓ। ਤੇ ਨਾਲ ਹੀ ਪੁਲਿਸ ਦੀ ਅਸੀਂ ਜਿਹੜੀ ਹੈਗੀਆਂ ਟੀਮਾਂ ਵੀ ਦੇਖੀਆਂ ਬਾਹਰ ਮੇਨ ਗੇਟ ਦੇ ਉੱਤੇ, ਪੁਲਿਸ ਵੀ ਲਗਾਈ ਗਈ ਹੈ, ਕਿਉਂਕਿ ਇਸ ਵਾਰ ਕਿਹਾ ਜਾ ਰਿਹਾ ਕਿ ਜਿਹੜੀ ਇਹ ਅਦਾਇਗੀ ਹੋਣੀ ਹੈਗੀ ਹੈ ਪੁਲਿਸ ਦੀ ਦੇਖਰੇਖ ਦੇ ਨੀਚੇ ਹੋਣੀ ਹੈਗੀ ਹੈ। ਤਾਂ ਪੁਲਿਸ ਪ੍ਰਸ਼ਾਸਨ ਨੂੰ ਕਿਉਂ ਇੱਥੇ ਨਿਯੁਕਤ ਕੀਤਾ ਗਿਆ ਹੈਗਾ? ਪੁਲਿਸ ਪ੍ਰਸ਼ਾਸਨ ਤੇ ਇਸ ਕਰਕੇ ਹੈ ਵੀ ਵੇਖੋ, ਹੁਣ ਆੜਤੀ ਸਾਹਿਬਾਨਾਂ ਨੇ ਸਟ੍ਰਾਈਕ ਕੀਤੀ ਹੈ ਵੀ ਜਿਹੜੀ ਕਿਸਾਨਾਂ ਦੀ ਅਦਾਇਗੀ ਸਿੱਧੀ ਕੀਤੀ ਜਾਣੀ ਹੈ। ਉਹਦੇ ਸੰਬੰਧ ਵਿੱਚ ਪੰਜਾਬ ਸਰਕਾਰ ਇਹਨਾਂ ਵਾਸਤੇ ਮੀਟਿੰਗਾਂ ਚੱਲ ਰਹੀਆਂ, ਕਰ ਰਹੀਆਂ ਵੀ ਉਹ ਇਹ ਹੈ ਵੀ ਕੋਈ ਅਣਸੁਖਾਵੀ ਘਟਨਾ ਨਾ ਵਾਪਰ ਜਾਵੇ। ਅਣਸੁਖਾਵੀ ਘਟਨਾ ਵਾਪਰਨ ਕਰਕੇ ਹੀ ਇੱਥੇ ਸਿਕਿਉਰਿਟੀ ਲਾਈ ਹੋਈ ਹੈ। ਤੇ ਟੋਕਨ ਸਿਸਟਮ ਉਸੇ ਤਰੀਕੇ ਦੇ ਨਾਲ ਜਿਹੜਾ ਹੈਗਾ ਜਾਰੀ ਕੀਤਾ ਸਿਸਟਮ ਜੋ ਮੰਡੀ ਬੋਰਡ ਤੋਂ ਇਹਨਾਂ ਦੀ ਅਰਾਈਵਲ ਆਉਂਦੀ ਹੈ ਉਸ ਹਿਸਾਬ ਨਾਲ ਪਾਸ ਜਨਰੇਟ ਕੀਤੇ ਜਾਂਦੇ ਨੇ, ਤੇ ਉਹ ਜਿਹੜੇ ਪਾਸ ਜਨਰੇਟ ਹੁੰਦੇ ਨੇ ਸਟਾਫ ਸਾਡਾ ਖੜਾ, ਅਸੀਂ ਉਹਨਾਂ ਨੂੰ ਰਜਿਸਟਰ 'ਚ ਰੱਖ ਕੇ ਜਿਹੜੇ ਆੜਤੀ ਕੋਲ ਜਿੰਨੇ ਉਹਦੇ ਹੁੰਦੇ ਆ ਉਹਨੂੰ ਦੇ ਦਿੰਦੇ ਆ, ਤੇ ਫਿਰ ਉਹਦੇ ਆੜਤੀ ਨਾਲ ਸੰਬੰਧਿਤ ਜਿਹੜਾ ਕਿਸਾਨ ਹੈ ਉਹਨੂੰ ਫਿਰ ਆੜਤੀ ਦੇ ਦਿੰਦਾ ਪਾਸ ਵੀ ਇਹ ਕੱਲ੍ਹ ਭਾਈ ਤੂੰ ਆਪਣੀ
ਫਸਲ ਲੈ ਕੇ ਆਉਣੀ ਆ। ਜੀ ਸਿੰਘ ਜੀ, ਤੁਸੀਂ ਹੋਰ ਵੀ ਮੰਡੀਆਂ ਦਾ ਜਿਹੜਾ ਹੈਗਾ ਦੌਰਾ ਕਰਕੇ ਆਏ ਹੋਵੋਗੇ, ਤਾਂ ਕੀ ਸਥਿਤੀ ਹੈਗੀ ਹੈ? ਜਿੱਥੇ ਅੱਜ ਮੰਡੀਆਂ ਦੇ ਵਿੱਚ ਚਹਿਲ ਪਹਿਲ ਹੋਣੀ ਸੀਗੀ, ਅੱਜ ਇਹ ਸੁਨਸਾਨ ਪਈਆਂ ਹੋਈਆਂ ਮੰਡੀਆਂ ਜਿਹੜੀਆਂ ਨੇ ਉਹ ਨਜ਼ਰ ਆ ਰਹੀਆਂ ਨੇ। ਕੀ ਗਰਾਊਂਡ ਦੇ ਉੱਤੇ ਰਿਪੋਰਟ ਨਜ਼ਰ ਆ ਰਹੀ ਹੈਗੀ ਹੈ? ਰਿਪੋਰਟ ਮੁਕੰਮਲ ਇਹਨਾਂ ਨੇ ਹੜਤਾਲ ਇਹਨਾਂ ਦੀ ਚੱਲ ਰਹੀ ਹੈਗੀ ਹੈ ਜੀ। ਅਸੀਂ ਤੇ ਡਿਊਟੀ ਕਰਨੀ, ਸਰਕਾਰ ਦੇ ਪਾਬੰਦ ਆ, ਪਰ ਅਸੀਂ ਕਿਸੇ ਨੂੰ ਇਹ ਵੀ ਨਹੀਂ ਕਹਿ ਸਕਦੇ ਵੀ ਤੂੰ ਨਾ ਲਿਆ ਕੇ ਫਸਲ ਨਾ ਲਿਆ। ਕਿਸਾਨ ਤੇ ਬਹੁਤ ਦੁਖੀ ਆ। ਅਸੀਂ ਤਾਂ ਕਹਿੰਦੇ ਵੀ ਇਹ ਮਸਲਾ ਛੇਤੀ ਹੱਲ ਹੋਵੇ, ਆੜਤੀ ਸਾਹਿਬਾਨ ਆਪਣੀ ਸਟ੍ਰਾਈਕ ਵਾਪਸ ਲੈਣ ਤੇ ਕਣਕ ਆਵੇ ਤੇ ਗੱਲਬਾਤ ਖਤਮ ਹੋਵੇ। ਬਿਲਕੁਲ। ਤਾਂ ਆੜਤੀ ਐਸੋਸੀਏਸ਼ਨ ਖਰੜ ਦੇ ਵੀ ਪ੍ਰਧਾਨ ਜਿਹੜੇ ਹੈਗੇ ਨੇ ਸੁਨੀਲ ਅਗਰਵਾਲ ਹੋਣੀ ਇਸ ਵੇਲੇ ਮੰਡੀ ਦੇ ਵਿੱਚ ਮੌਜੂਦ ਨੇ ਸਾਡੇ ਨਾਲ। ਤਾਂ ਅਗਰਵਾਲ ਸਾਹਿਬ, ਕੀ ਸਥਿਤੀ ਹੈਗੀ ਹੈ? ਤਾਂ ਜਿਸ ਤਰੀਕੇ ਦੇ ਨਾਲ ਕਾਲ ਦਿੱਤੀ ਗਈ ਸੀ ਐਸੋਸੀਏਸ਼ਨ ਦੇ ਵੱਲੋਂ ਕਿ ਮੰਡੀਆਂ ਨਹੀਂ ਖੁੱਲਣ ਦਿੱਤੀਆਂ ਜਾਣਗੀਆਂ, ਤਾਂ ਉਹੀ ਤਸਵੀਰ ਜਿਹੜੀ ਹੈਗੀ ਇੱਥੇ ਨਜ਼ਰ ਆ ਰਹੀ ਹੈ। ਇਹ ਸਾਡੇ ਪੰਜਾਬ ਲੈਵਲ ਦੀ ਜੋ ਪ੍ਰਧਾਨ ਸਾਹਿਬ ਨੇ ਕਿਹਾ ਹੋਇਆ ਵੀ ਮੰਡੀਆਂ ਬੰਦ ਨੇ, ਕਿਉਂਕਿ ਹਜੇ ਸਾਡੇ ਮਸਲੇ ਹੱਲ ਨਹੀਂ ਹੋਏ। ਸਾਡੀ ਤਾਂ ਇੱਕ ਪਿਛਲੀ ਪੇਮੈਂਟ ਹੀ ਬਹੁਤ ਬਕਾਇਆ ਖੜੀ ਹੈ, ਜਿਹੜੀ ਸਾਡੀ ਕਮਿਸ਼ਨ ਤੇ ਲੇਬਰ ਚਾਰਜਿਸ ਹੈ 31 ਕਰੋੜ ਉਹ ਹਜੇ ਤੱਕ ਨਹੀਂ ਆਈ। ਪਿਛਲੇ ਕਣਕ ਦੇ ਸੀਜ਼ਨ 'ਚ ਅਸੀਂ FCI ਨੇ ਖਰੜ ਮੰਡੀ 'ਚੋਂ ਪ੍ਰਕਿਉਰ ਕਰਿਆ। ਅਸੀਂ ਕੋਵਿਡ ਦੇ ਟਾਈਮ ਇੰਨਾ ਸਾਥ ਦਿੱਤਾ ਸਰਕਾਰ ਦਾ, ਆਪਣੇ ਕਿਸਾਨ ਭਰਾਵਾਂ ਨਾਲ ਤਾਂ ਚਲੋ ਅਸੀਂ ਖੜਨਾ ਹੀ ਆ ਮੋਢੇ ਨਾਲ ਮੋਢਾ ਲਾ ਕੇ। ਉਹ ਅਦਾਇਗੀ ਸਾਡੀ 30% ਹਜੇ ਤੱਕ ਰੋਕ ਲਈ ਇਹਨਾਂ ਨੇ। ਤੇ ਇਹ ਕਦੀ ਸਾਨੂੰ ਵਿਚੋਲੀਆ ਕਹਿੰਦੇ ਨੇ, ਕਦੀ ਕੁਝ ਕਹਿੰਦੇ ਨੇ, ਸਾਨੂੰ ਮਤਲਬ ਸਾਨੂੰ ਬਦਨਾਮ ਕਰ ਰਹੇ ਨੇ। ਪਾਲਿਸੀ ਕੋਈ ਕਲੀਅਰ ਨਹੀਂ ਹੈ ਕਿ ਪੇਮੈਂਟ ਆਏਗੀ ਕਿੱਦਾਂ ਨਹੀਂ ਆਏਗੀ, ਉਹ ਇੱਕ ਤਾਂ ਚੱਲ ਰਿਹਾ ਹੈ। ਉਸ ਤੋਂ ਬਾਅਦ ਸਾਨੂੰ ਸਾਡੇ ਮਿਹਨਤਾਂ ਨਾਲ ਸਾਡੀ ਕਮਿਸ਼ਨ, ਸਾਡੀ ਲੇਬਰ, ਹੁਣ ਮੈਂ ਲੇਬਰ ਤੋਂ ਕੰਮ ਕਰਵਾਵਾਂਗਾ, ਮੈਂ ਲੇਬਰ ਨੂੰ ਸ਼ਾਮ ਨੂੰ ਹੀ ਪੈਸੇ ਦੇਣੇ ਆ, ਤੇ ਉਹ ਕੌਣ ਕਰੇਗਾ ਉਹਦੀ ਅਦਾਇਗੀ? ਕੁਝ ਨਹੀਂ ਪਤਾ ਇਹ। ਸਰ, ਲੇਬਰ ਦੀ ਇੱਥੇ ਕੀ ਸਥਿਤੀ ਹੈਗੀ ਹੈ ਕਿ ਲੇਬਰ ਹੈਗੀ ਹੈ ਜਿੰਨੀ ਹੋਣੀ ਚਾਹੀਦੀ ਹੈ? ਕਿਉਂਕਿ ਹੋਰ ਮੰਡੀਆਂ ਦੀ ਅਸੀਂ ਗੱਲ ਕਰੀਏ, ਲੁਧਿਆਣਾ ਦੇ, ਜਲੰਧਰ ਦੇ ਵਿੱਚ ਇਹ ਜਿਹੜੀ ਸੀਗੀ ਦਿੱਕਤ ਆ ਰਹੀ ਸੀ ਕਿ ਲੇਬਰ ਵੀ ਜਿਹੜੀ ਹੈਗੀ ਉਹ ਨਹੀਂ ਮਿਲ ਪਾ ਰਹੀ ਹੈਗੀ। ਲੇਬਰ ਇੱਥੇ ਸਫੀਸ਼ੀਐਂਟ ਹੈ, ਚੱਲ ਜਾਏਗਾ ਕੰਮ, ਕਿਉਂਕਿ ਆਪਸੀ ਭਾਈਚਾਰੇ 'ਚ ਕਿਸੇ ਕੋਲ ਘੱਟ ਕੰਮ ਹੈ, ਕਿਸੇ ਕੋਲ ਜ਼ਿਆਦਾ, ਤਾਂ ਅਸੀਂ ਆਪਸ ਦੇ ਵਿੱਚ ਲੇਬਰ ਮੈਨੇਜ ਕਰ ਲੈਂਦੇ ਸੀ। ਤਾਂ ਕੋਵਿਡ ਦੇ ਟਾਈਮ ਬਹੁਤ ਮੈਨੇਜਮੈਂਟ ਕੀਤੀ ਹੈ ਲੇਬਰ ਦੀ। ਬਾਕੀ ਇੱਥੇ ਸੈਨੀਟਾਈਜ਼ਰ, ਮਾਸਕ, ਪੂਰੇ ਪ੍ਰਬੰਧ ਨੇ। ਤੇ ਮੈਂ ਜਿਵੇਂ ਤੁਸੀਂ ਸੈਕਟਰੀ ਸਾਹਿਬ ਨੂੰ ਪੁੱਛ ਰਹੇ ਸੀ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਖਰੜ ਮੰਡੀ ਦੇ 75% ਆੜ੍ਹਤੀਏ ਵੈਕਸੀਨੇਸ਼ਨ ਕਰਵਾ ਚੁੱਕੇ ਨੇ। ਤੇ ਡੇਲੀ ਇੱਥੇ ਰਾਮ ਭਵਨ ਖਰੜ ਦੇ ਵਿੱਚ ਕੈਂਪ ਚੱਲਦਾ ਹੈ, ਜਿਹੜਾ ਦਿਲ ਕਰੇ ਉਹਦਾ ਵੈਕਸੀਨੇਟ ਕਰਵਾ ਸਕਦਾ ਹੈ ਉਹ ਆਪਣੇ ਆਪ ਨੂੰ। ਤੇ ਲੇਬਰ ਨੂੰ ਅਸੀਂ ਇੰਸਟਰਕਸ਼ਨ ਦਿੱਤੀਆਂ ਹੋਈਆਂ ਵੀ ਜਗ੍ਹਾ ਜਗ੍ਹਾ ਸੈਨੀਟਾਈਜ਼ਰ ਤੁਸੀਂ ਦੇਖ ਸਕਦੇ ਹੋ ਪਏ ਆ, ਮਾਸਕ ਦਿੱਤੇ ਹੋਏ, ਕੋਈ ਐਸੀ ਪ੍ਰੋਬਲਮ ਨਹੀਂ ਹੈ। ਤਾਂ ਹੁਣ ਕੀ ਲੱਗਦਾ ਹੈਗਾ ਕਿ ਅੱਜ ਵੈਸੇ ਕੈਪਟਨ ਅਮਰਿੰਦਰ ਸਿੰਘ ਵੀ ਜਿਹੜੀ ਹੈਗੀ ਆ ਉਹ ਮੀਟਿੰਗ ਕਰ ਰਹੇ ਹੈਗੇ ਨੇ ਵਿਜੇ ਕਾਲੜਾ ਉਹਨਾਂ ਦੇ ਨਾਲ, ਤਾਂ ਅੱਜ ਜਿਹੜੀ ਇਹ ਤਸਵੀਰ ਹੈਗੀ ਹੈ ਖਾਲੀ ਪਈ ਹੋਈ ਮੰਡੀਆਂ ਦੀ, ਲੱਗਦਾ ਕਿ ਜੇਕਰ ਗੱਲਬਾਤ ਨਹੀਂ ਬਣਦੀ ਤਾਂ ਫਿਰ ਇਹ ਅੱਗੇ ਵੀ ਜਿਹੜਾ ਹੈਗਾ ਲੰਬੇ ਸਮੇਂ ਦੇ ਉੱਤੇ ਚੱਲ ਸਕਦਾ ਹੈ? ਇਹ ਕੁਝ ਨਹੀਂ ਕਹਿ ਸਕਦੇ ਜੀ ਕਿੰਨਾ ਸਮਾਂ ਚੱਲੇਗਾ, ਜਿੰਨੀ ਦੇਰ ਮਸਲੇ ਹੱਲ ਨਹੀਂ ਹੁੰਦੇ। ਦੇਖੋ, ਜਦੋਂ ਸਾਨੂੰ ਕੁਝ ਮਿਲਣਾ ਹੀ ਨਹੀਂ, ਸਾਡੀ ਟ੍ਰੇਡ ਖਤਮ ਹੀ ਕਰਨੀ ਹੈ, ਫਿਰ ਅਸੀਂ ਕੀ ਕਰਨਾ ਜੀ ਕੰਮ ਕਰਕੇ? ਜਦੋਂ ਸਰਕਾਰ ਨੇ ਅਦਾਇਗੀ ਵੀ ਸਿੱਧੀ ਕਰਨੀ ਹੈ, ਸਿੱਧਾ ਕਰ ਲਵੇ ਜੀ ਕੰਮ, ਕੋਈ ਚੱਕਰ ਨਹੀਂ ਹੈ। ਕੋਈ ਲੱਗਦਾ ਫਿਰ ਇਹੀ ਜਿਹੜੀ ਕੇਂਦਰ ਦੀ ਸਰਕਾਰ ਹੈਗੀ ਹੈ ਉਸ ਤਰੀਕੇ ਨਾਲ ਕਹਿੰਦੇ ਕਾਨੂੰਨ ਨਹੀਂ ਲਾਗੂ ਹੋ ਰਹੇ, ਤਾਂ ਫਿਰ ਆਹ ਬਾਂਹ ਮਰੋੜ ਕੇ ਕਾਨੂੰਨ ਜਿਹੜੇ ਹੈਗੇ ਨੇ ਲਾਗੂ ਕਰਾ ਲਓ, ਇਹ ਸਿੱਧੀ ਅਦਾਇਗੀ ਵਾਲਾ ਸਿਸਟਮ ਜਿਹੜਾ ਹੈਗਾ ਉਹ ਅਪਣਾ ਲਓ, ਮੰਡੀਆਂ ਆਪਣੇ ਆਪ ਬੰਦ ਹੋ ਜਾਣਗੀਆਂ। ਦੇਖੋ, ਇਹ ਕਿਤੇ ਨਾ ਕਿਤੇ ਸਰਕਾਰਾਂ ਦੀ ਦੋਨਾਂ ਦੀਆਂ ਹੀ ਨਾਕਾਮੀਆਂ ਹੈ। ਲਾਇਜ਼ਨ ਨਹੀਂ ਬਣਿਆ, ਮੀਟਿੰਗਸ ਦਾ ਦੌਰ ਅੱਜ 10 ਤਰੀਕ ਪ੍ਰਕਿਉਰਮੈਂਟ ਹੈ, ਪਹਿਲਾਂ ਚੱਲਣਾ ਚਾਹੀਦਾ ਸੀ। ਇਹ ਕੁੱਲ ਮਿਲਾ ਕੇ ਇੱਕ ਭੁੰਬਲ ਭੁੱਸਾ ਪਾਇਆ ਹੋਇਆ ਹੈ। ਸਾਨੂੰ ਕਿਸਾਨਾਂ ਦੇ ਆੜ੍ਹਤੀਆਂ ਨੂੰ ਉਲਝਾ ਰਹੇ ਨੇ ਬਿਨਾਂ ਮਤਲਬ ਤੋਂ, ਜਦ ਕਿ ਇਹ ਮਤਲਬ ਕੁਝ ਪਾਲਿਸੀ ਕਲੀਅਰ ਹੀ ਨਹੀਂ ਹੈਗੀ ਹਲੇ। ਹਾਲਾਂਕਿ 9 ਮਾਸ ਦਾ ਰਿਸ਼ਤਾ ਜਿਹੜਾ ਹੈਗਾ ਉਹ ਕਿਸਾਨ ਤੇ ਆੜ੍ਹਤੀ ਦਾ ਹੁੰਦਾ ਹੈਗਾ, ਤਾਂ ਲੱਗਦਾ ਕਿ ਪੰਜਾਬ ਸਰਕਾਰ ਨੂੰ ਵੀ ਇਸ ਦੇ ਉੱਤੇ ਪਹਿਲਾਂ ਤੋਂ ਹੀ ਜਿਹੜਾ ਹੈਗਾ ਕੋਈ ਕਦਮ ਚੁੱਕ ਲੈਣਾ ਚਾਹੀਦਾ ਸੀਗਾ। ਇਹ ਜ਼ਿਆਦਾ ਲਮਕਾਇਆ ਗਿਆ ਨਾ, ਪਿਛਲੇ ਸਾਲ ਹੀ ਜਿਵੇਂ ਚਰਚਾਵਾਂ ਸ਼ੁਰੂ ਹੋ ਗਈਆਂ ਸੀ ਤਾਂ ਉਦੋਂ ਹੀ ਇਹ ਗੱਲ ਨੂੰ ਜਿਹੜਾ ਸੀਗਾ ਉਹਨਾਂ ਦੇ ਵੱਲੋਂ ਪੁੱਟ ਅਪ ਕਰਨਾ ਚਾਹੀਦਾ ਸੀ। ਇਹ ਬਿਲਕੁਲ ਮੁੱਦਾ ਇਹਨਾਂ ਨੂੰ ਕਲੀਅਰ ਕਰ ਲੈਣਾ ਚਾਹੀਦਾ ਸੀ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇੱਕ PFMS ਪੋਰਟਲ ਆਇਆ ਸੀਗਾ। ਅਸੀਂ ਪੈਡੀ ਦੀ ਹੁਣ ਰੀਸੈਂਟਲੀ 6 ਮਹੀਨੇ ਪਹਿਲਾਂ ਪ੍ਰਕਿਉਰਮੈਂਟ ਹੋਈ ਹੈ, ਤਾਂ ਉਹਦੇ ਵਿੱਚ ਸਾਰੇ ਅਸੀਂ ਕੱਲੀ ਡਿਟੇਲ ਚੜਾ ਕੇ, ਮਤਲਬ ਕੱਲੇ ਫਾਰਮਰ ਦੀ ਅਕਾਊਂਟ ਡਿਟੇਲ, ਨਾਮ, ਜੋ ਵੀ ਪਰਫੋਰਮਾ ਪ੍ਰਸਕ੍ਰਾਈਬਡ ਸੀਗਾ ਅਸੀਂ ਦਿੱਤਾ ਇਹਨਾਂ ਨੂੰ। ਅਸੀਂ ਸਾਡੇ ਤੋਂ ਫਿਰ ਇਹਨਾਂ ਨੇ ਬੈਂਕ ਸਟੇਟਮੈਂਟਸ ਮੰਗੀਆਂ ਸੀ, ਉਹ ਪ੍ਰੋਵਾਈਡ ਕੀਤੀਆਂ, ਸਾਰਾ ਕੁਝ ਦਿੱਤਾ। ਉਹ ਜਿਵੇਂ ਇਹਨਾਂ ਨੇ ਸਾਨੂੰ ਡਿਮਾਂਡ ਕਰਿਆ ਸੀ ਉਹ ਚੀਜ਼ ਕੀਤੀ ਆ ਪੂਰੀ। ਅਗਰਵਾਲ ਸਾਹਿਬ ਇਹ ਵੀ ਕਹਿ ਰਹੇ ਨੇ ਕਿ 6 ਮਹੀਨਿਆਂ ਵਾਸਤੇ ਫਰਦ ਵਾਲਾ ਜਿਹੜਾ ਹੈਗਾ ਉਹ ਤਾਂ ਹੁਕਮ ਇਹਨਾਂ ਨੇ ਲਾਗੂ ਜਿਹੜਾ ਹੈ ਕਰਨ ਤੋਂ ਟਾਲ ਦਿੱਤਾ ਹੈਗਾ। ਕੀ ਲੱਗਦਾ ਤੁਹਾਨੂੰ ਕੋਈ ਹੱਲ ਨਜ਼ਰ ਆਉਂਦਾ ਹੈਗਾ ਕਿ ਇਹਦੇ ਵਿੱਚੋਂ ਕੋਈ ਵਿਚਲਾ ਰਾਹ ਵੀ ਜਿਹੜਾ ਹੈਗਾ ਉਹ ਨਿਕਲ ਸਕਦਾ? ਸਰ, ਫਰਦ ਕੋਈ ਪ੍ਰੋਵਾਈਡ ਕਰੇਗਾ ਹੀ ਨਹੀਂ, ਨਾ ਅਸੀਂ ਹੀ ਲੈਣੀ ਹੈ ਫਰਦ। ਮੈਂ ਤੁਹਾਡੇ ਤੋਂ ਤੁਹਾਡੀ ਪਰਸਨਲ ਇਨਫੋਰਮੇਸ਼ਨ ਕਿਵੇਂ ਮੰਗ ਸਕਦਾ? ਮੈਂ ਤੁਹਾਡੀ ਪਰਸਨਲ ਇਨਫੋਰਮੇਸ਼ਨ ਮੰਗ ਹੀ ਨਹੀਂ ਸਕਦਾ। ਅਸੀਂ ਕਿਸ ਬੇਸ ਤੇ, ਕਿਸ ਹੱਕ ਨਾਲ ਅਸੀਂ ਕਿਸੇ ਦੀ ਫਰਦ ਮੰਗ ਸਕਦੇ ਹਾਂ? ਅਸੀਂ ਠੀਕ ਹੈ, ਉਹ ਗਵਰਨਮੈਂਟ ਨੂੰ ਹੀ ਆਪਣਾ ਕੋਈ ਕਿਸਾਨਾਂ ਨਾਲ ਸਿੱਧਾ ਕੋਈ ਆਨਲਾਈਨ ਜਾਂ ਕੁਝ ਸਿਸਟਮ ਬਣਾਉਣਾ ਪਏਗਾ। ਸਰਕਾਰ ਦੇ ਪੋਰਟਲ 'ਚ ਪਈ ਆ ਫਰਦ, ਹਰੇਕ ਬੰਦੇ ਦੇ ਹਰੇਕ ਨਾਮ ਹੈ, ਉਹ ਅਸੀਂ ਕਿੱਦਾਂ ਮੰਗ ਸਕਦੇ ਹਾਂ ਕਿਸੇ ਦਾ ਰਿਕਾਰਡ? ਅੱਛਾ, ਕੀ ਕਿਸਾਨ ਪਹੁੰਚ ਰਹੇ ਹੈਗੇ ਨੇ? ਕਿਸਾਨ ਟਰੈਕਟਰ ਟਰਾਲੀਆਂ ਲੈ ਕੇ ਇੱਥੇ ਆ ਰਹੇ ਨੇ, ਕਣਕ ਲੈ ਕੇ ਆ ਰਹੇ ਹੈਗੇ ਨੇ, ਜਾਂ ਉਹਨਾਂ ਨੂੰ ਵੀ ਪਤਾ ਹੈ ਕਿ ਹੜਤਾਲ ਚੱਲ ਰਹੀ ਹੈ ਤਾਂ ਉਹ ਵੀ ਮੰਡੀਆਂ ਦੇ ਵਿੱਚ ਅਜੇ ਨਹੀਂ ਪਹੁੰਚ ਰਹੇ? ਖਰੜ ਐਸੋਸੀਏਸ਼ਨ ਨੇ ਵੈਸੇ ਮੈਕਸਿਮਮ ਕਿਸਾਨ ਫੋਨ ਕਰਕੇ ਆ ਰਹੇ ਨੇ, ਤੇ ਅਸੀਂ ਉਹਨਾਂ ਨੂੰ ਇਹ ਵੀ ਕਹਿ ਰਹੇ ਨੇ ਵੀ ਜਿੰਨੀ ਦੇਰ ਹੜਤਾਲ ਹੈ, ਅਗਰ ਤੁਸੀਂ ਵੇਟ ਕਰ ਸਕਦੇ ਹੋ
ਹੋ ਤਾਂ ਘਰੇ ਵੇਟ ਕਰੋ, ਕਿਉਂਕਿ ਇੱਥੇ ਪਰੇਸ਼ਾਨ ਨਾ ਹੋ ਆ ਕੇ। ਮੈਕਸਿਮਮ ਫੋਨ ਕਰਕੇ ਆ ਰਹੇ ਨੇ, ਮੈਕਸਿਮਮ ਕਹਿ ਵੀ ਰਹੇ ਨੇ ਕਿ ਜਦੋਂ ਹੜਤਾਲ ਖੁੱਲ੍ਹੇਗੀ ਅਸੀਂ ਉਦੋਂ ਆਵਾਂਗੇ। ਹੁਣ ਕੋਈ ਆਏ ਨੇ ਕਿਸਾਨ, ਕਿਸੇ ਦੀ ਮਜਬੂਰੀ ਹੈ, ਕਿਸੇ ਨੇ ਟਰਾਲੀ ਵਿਹਲੀ ਕਰਨੀ ਹੈ, ਕਿਸੇ ਨੇ ਕੁਛ ਉਹ ਮੁੱਦੇ ਆ, ਤਾਂ ਇੱਥੇ ਅਸੀਂ ਤਾਂ ਰੋਕ ਨਹੀਂ ਸਕਦੇ ਕਿਸੇ ਨੂੰ। ਕਿਸਾਨ ਆਏਗਾ ਖਾਲੀ ਕਰੇਗਾ। ਤਾਂ ਕਈਆਂ ਨੂੰ ਮਜਬੂਰੀ ਹੈਗੀ ਹੈ, ਤਾਂ ਇਸ ਕਰਕੇ ਆ ਕੇ ਕਈਆਂ ਨੇ ਢੇਰੀ ਵੀ ਜਿਹੜੀ ਹੈਗੀ ਹੈ ਹਾਲਾਂਕਿ ਜ਼ਰੂਰ ਲਗਾ ਦਿੱਤੀ ਹੈ। ਤਾਂ ਇੰਦਰਜੀਤ ਜੀ, ਢੇਰੀਆਂ ਵੀ ਜਿਹੜੀਆਂ ਹੈਗੀਆਂ ਕਿਸੇ ਨੇ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਹੈਗੀਆਂ ਨੇ, ਤਾਂ ਹੁਣ ਕੀ ਲੱਗਦਾ ਹੈਗਾ ਤੁਹਾਨੂੰ, ਕੀ ਨਜ਼ਰ ਆ ਰਹੀ ਹੈਗੀ ਹੈ ਸਥਿਤੀ, ਤੇ ਸਰਕਾਰ ਦੇ ਨਾਲ ਕੋਈ ਤਾਲਮੇਲ ਜਿਹੜਾ ਹੈਗਾ ਤੁਹਾਡੇ ਵੱਲੋਂ ਬਿਠਾਇਆ ਜਾ ਰਿਹਾ? ਤੁਹਾਡੇ ਤੋਂ ਵੀ ਇਨਪੁਟ ਜਿਹੜੀ ਹੈਗੀ ਹੈ ਮੰਗੀ ਜਾ ਰਹੀ ਹੋਊਗੀ ਕਿ ਕੀ ਸਥਿਤੀ ਹੈਗੀ ਹੈ, ਮੰਡੀਆਂ ਦੀ ਦੌਰਾ ਤੁਸੀਂ ਕਰਕੇ ਆ ਰਹੇ ਹੋ, ਤੇ ਤੁਹਾਡੇ ਵੱਲੋਂ ਹੁਣ ਕੀ ਇਨਪੁਟ ਦਿੱਤੀ ਜਾ ਰਹੀ ਹੈ? ਮੰਡੀ ਬੋਰਡ ਦੇ ਅਧਿਕਾਰੀ ਸਾਹਿਬਾਨ ਸਾਰੇ, ਉਹਨਾਂ ਨੇ ਟੀਮਾਂ ਬਣਾਈਆਂ ਹੋਈਆਂ ਆਲ ਓਵਰ ਪੰਜਾਬ 'ਚ, ਸਾਰੀਆਂ ਟੀਮਾਂ ਜਾ ਰਹੀਆਂ ਨੇ ਇੱਕ ਇੱਕ ਕਮੇਟੀ ਦੇ ਵਿੱਚ ਇੱਕ ਸਬ ਯਾਰਡ 'ਚ ਜਾ ਰਹੇ, ਜੋ ਮੈਨੂੰ ਅੱਜ ਰਿਪੋਰਟ ਹੈਗੀ ਆ। ਤੇ ਅਧਿਕਾਰੀ ਸਾਹਿਬਾਨ ਸਾਡੇ ਕਾਫੀ ਫਿਕਰਮੰਦ ਨੇ, ਸਰਕਾਰ ਵੀ ਫਿਕਰਮੰਦ ਹੈਗੀ ਹੈ ਵੀ ਇਹ ਮਸਲਾ ਛੇਤੀ ਤੋਂ ਛੇਤੀ ਨਿਪਟੇ, ਤਾਂ ਜੋ ਕਿਸਾਨਾਂ ਦੇ ਨਾਲ ਕੋਈ ਅਨਿਆਏ ਨਾ ਹੋਵੇ। ਤੇ ਇਹੋ ਹੀ ਮੇਰੀ ਹੈਗਾ ਵੀ, ਹੋਰ ਤੇ ਕੁਝ ਨਹੀਂ ਕਰਨਾ। ਤਾਂ ਇੱਕ ਵਾਰੀ ਦੌਰਾ ਜਿਹੜਾ ਹੈਗਾ ਤੁਹਾਨੂੰ ਉਹ ਅਸੀਂ ਪੂਰੀ ਮੰਡੀ ਦਾ ਵੀ ਜਿਹੜਾ ਹੈਗਾ ਕਰਕੇ ਵਿਖਾ ਦਿੰਦੇ ਹੈਗੇ ਆ ਕਿ ਕੀ ਸਥਿਤੀਆਂ ਹੈਗੀਆਂ ਨੇ। ਤਾਂ ਇੱਥੇ ਜਿੱਥੇ ਪਹਿਲਾਂ ਆਮ ਦਿਨਾਂ ਦੇ ਵਿੱਚ ਚਹਿਲ ਪਹਿਲ ਹੁੰਦੀ ਹੈ, ਇੱਥੇ ਤੁਹਾਨੂੰ ਢੇਰੀਆਂ ਲੱਗੀਆਂ ਹੋਈਆਂ ਦਿਖਾਈ ਦਿੰਦੀਆਂ ਨੇ, ਤਾਂ ਅੱਜ ਉਹ ਚੀਜ਼ ਜਿਹੜੀ ਹੈ ਨਜ਼ਰ ਨਹੀਂ ਆ ਰਹੀ। ਤਾਂ ਮਾਰਕਿੰਗ ਖਾਸ ਤੌਰ ਦੇ ਉੱਤੇ ਕੀਤੀ ਗਈ ਹੈਗੀ ਕਿ ਜਿਹੜੀ ਟਰਾਲੀ ਇੱਥੇ ਪਹੁੰਚੂਗੀ ਤਾਂ ਉਸਨੇ ਇਸੀ ਬਲਾਕ ਦੇ ਵਿੱਚ ਜਿਹੜੀ ਹੈ ਉਹ ਸੋਸ਼ਲ ਡਿਸਟੈਂਸਿੰਗ ਨੂੰ ਵੇਖਦਿਆਂ ਹੋਇਆਂ ਆਪਣੀ ਢੇਰੀ ਲਾਉਣੀ ਹੈ। ਤਾਂ ਢੇਰੀਆਂ ਵੀ ਜਿਹੜੀਆਂ ਹੈਗੀਆਂ ਕੁਝ ਕਿਸਾਨਾਂ ਦੇ ਵੱਲੋਂ ਲਗਾ ਦਿੱਤੀਆਂ ਗਈਆਂ ਨੇ, ਕਿਉਂਕਿ ਘਰ ਦੇ ਵਿੱਚ ਜਾਂ ਜਿਨ੍ਹਾਂ ਨੇ ਹੁਣ ਕਣਕ ਦੀ ਵਾਢੀ ਕਰ ਲਿੱਤੀ ਹੈਗੀ ਆ ਉਹਨਾਂ ਨੂੰ ਰੱਖਣ ਦੇ ਵਿੱਚ ਦਿੱਕਤ ਆ ਰਹੀ ਸੀਗੀ, ਤਾਂ ਇਸ ਦੇ ਚਲਦੇ ਹੋਏ ਇਹਨਾਂ ਦੇ ਵੱਲੋਂ ਇੱਥੇ ਢੇਰੀਆਂ ਲਗਾ ਦਿੱਤੀਆਂ ਗਈਆਂ ਨੇ। ਤਾਂ ਅੱਜ ਆਹ ਸਥਿਤੀ ਜਿਹੜੀ ਹੈਗੀ ਹੈ ਉਹ ਖਰੜ ਮੰਡੀ ਦੀ ਨਜ਼ਰ ਆ ਰਹੀ ਹੈ। ਤਾਂ ਸੁਨਸਾਨ ਜਿਹੜੀਆਂ ਹੈਗੀਆਂ ਉਹ ਤੁਸੀਂ ਵੇਖ ਸਕਦੇ ਹੋ ਕਿ ਉਹ ਇਹ ਮੰਡੀਆਂ ਇਸ ਵੇਲੇ ਨਜ਼ਰ ਆ ਰਹੀਆਂ ਨੇ। ਤਾਂ ਕੁਝ ਕਿਸਾਨ ਵੀ ਇੱਥੇ ਮੌਜੂਦ ਨੇ, ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਕਿਵੇਂ ਵੇਖਦੇ ਨੇ ਕਿ ਜੋ ਫੈਸਲੇ ਖਾਸ ਤੌਰ ਦੇ ਉੱਤੇ ਕੇਂਦਰ ਦੀ ਸਰਕਾਰ ਦੇ ਵੱਲੋਂ ਲਿੱਤੇ ਗਏ ਨੇ ਤੇ ਪੰਜਾਬ ਦੇ ਆੜ੍ਹਤੀਆਂ ਐਸੋਸੀਏਸ਼ਨਾਂ ਦੇ ਵੱਲੋਂ ਜੋ ਇਹ ਫੈਸਲਾ ਲਿੱਤਾ ਗਿਆ ਹੈਗਾ। ਤਾਂ ਬਾਈ ਜੀ, ਕਿਹੜੀ ਥਾਂ ਤੋਂ ਆਏ ਹੈਗੇ ਤੁਸੀਂ? ਇਹ ਬੀਜੀ ਹੈ ਜੀ, ਵਿਸ਼ਨੂੰ ਟ੍ਰੇਡਸ। ਹਾਂਜੀ, ਤਾਂ ਢੇਰੀ ਲਾ ਦਿੱਤੀ ਤੁਸੀਂ ਲਿਆ ਕੇ ਆਪਣੀ? ਹਾਂਜੀ ਹਾਂਜੀ। ਘਰਾਂ ਜਗ੍ਹਾ ਨਹੀਂ ਹੈ ਜੀ ਗੇਰਨੇ ਨੂੰ। ਤਾਂ ਬਹੁਤ ਸਾਰੇ ਇਹ ਵੀ ਦਿੱਕਤਾਂ ਆ ਰਹੀਆਂ ਸੀਗੀਆਂ ਕਿ ਘਰਾਂ ਦੇ ਵਿੱਚ ਜਗ੍ਹਾ ਨਹੀਂ ਹੈਗੀ, ਮੀਂਹ ਕਣੀ ਵੀ ਜਿਹੜਾ ਹੈਗਾ ਮੌਸਮ ਦੀ ਬਿਮਾਰ ਵੀ ਪਈ ਸੀਗੀ, ਹੁਣ ਪਿੱਛੇ ਜੇ ਮੀਂਹ ਪਿਆ ਸੀਗਾ। ਲੱਗਣੇ ਦਾ ਡਰ ਹੈ ਜੀ, ਰੱਖ ਨਹੀਂ ਸਕਦੇ। 10 ਦਿਨ ਤਾਂ ਪਹਿਲਾਂ ਲੇਟ ਹੈ ਜੀ ਫਸਲ, 10 ਤਰੀਕ 1 ਅਪ੍ਰੈਲ ਤੋਂ ਸਟਾਰਟ ਹੁੰਦੇ ਜੀ, 10 ਅੱਜ ਵੀ ਜਾ ਕੇ ਹੁਣ ਆੜ੍ਹਤੀਆਂ ਦੀ ਸਟ੍ਰਾਈਕ ਹੈ ਜੀ। ਕੀ ਕਹਿਣਾ ਚਾਹੋਗੇ ਕਿ ਕਿਸਾਨ ਨੂੰ ਵੱਖੋ ਵੱਖ ਤਰੀਕੇ ਦੀ ਮਾਰ ਜਿਹੜੀ ਹੈਗੀ ਉਹ ਝੱਲਣੀ ਪੈਂਦੀ ਹੈ, ਕਦੀ ਮੌਸਮ ਦੀ, ਕਦੀ ਸੋਕੇ ਦੀ, ਖੇਤੀ ਕਾਨੂੰਨਾਂ ਦੀ ਮਾਰ ਜਿਹੜੀ ਹੈਗੀ ਆ ਉਹ ਚੱਲ ਰਹੇ ਹੈਗੇ ਨੇ, ਦਿੱਲੀ ਬਾਰਡਰ ਦੇ ਉੱਤੇ ਬੈਠੇ ਹੋਏ ਨੇ। ਹੁਣ ਇਹ ਆੜ੍ਹਤੀਆਂ ਤੇ ਕਿਸਾਨਾਂ ਦੇ ਵਿੱਚ ਰੇੜਕਾ ਪਾ ਦਿੱਤਾ ਹੈਗਾ, ਕੀ ਲੱਗਦਾ ਤੁਹਾਨੂੰ, ਕੀ ਤਸਵੀਰ ਨਜ਼ਰ? ਪਹਿਲਾ ਸਿਸਟਮ ਠੀਕ ਸੀ ਜੀ, ਆੜ੍ਹਤੀਆਂ ਨਾਲ ਸਾਡੇ ਤਾਂ ATM ਸੀ ਜੀ ਇਹ, ਵੀ ਜਦ ਸਾਨੂੰ ਲੋੜ ਪੈ ਗਈ, ਕੋਈ ਬਿਮਾਰ ਹੋ ਗਿਆ ਜੀ, ਅਸੀਂ ਆੜ੍ਹਤੀ ਤੋਂ ਰਾਤ ਬਰਾਤ ਕਦੇ ਵੀ ਪੈਸੇ ਫੜ ਕੇ ਲੈ ਜਾਂਦੇ ਸੀ। ਹੁਣ ਸਾਨੂੰ ਕੌਣ ਪੈਸਾ ਦੇਊਗਾ? ਛੋਟੇ ਜ਼ਿਮੀਂਦਾਰ ਆ ਸਾਰੇ, ਉਹ ਸਾਡੀ ਹਰ ਇੱਕ ਮਜਬੂਰੀ ਪੂਰੀ ਕਰਦੇ ਸੀ ਜੀ। ਹਾਂਜੀ, ਇਹ ਕਹਿੰਦੇ ਕਿ ਕਿਸਾਨਾਂ ਨੂੰ ਤਾਂ ਖੁਸ਼ ਹੋਣਾ ਚਾਹੀਦਾ ਕਿ ਵਿੱਚੋਂ ਵਿਚੋਲੀਏ ਕੱਢ ਤੇ ਅਸੀਂ ਸਿੱਧੇ ਖਾਤਿਆਂ ਦੇ ਵਿੱਚ ਕਹਿੰਦੇ। ਸਰਕਾਰਾਂ ਫਿਰ ਕਿੱਥੇ ਸਾਥ ਦਿੰਨੀ ਹੈ ਜੀ? ਸਾਨੂੰ ਕੌਣ ਪੈਸਾ ਦੇਊਗਾ ਜੀ? ਬੈਂਕ ਥੋੜੀ ਦੇ ਦੂੰਗੇ, ਆੜ੍ਹਤੀ ਤੋਂ ਤਾਂ ਅਸੀਂ ਬਿਨਾ ਕਿਸੇ ਵੀ ਉਹ ਤੋਂ ਆ ਕੇ ਪੈਸਾ ਦੁੱਖ ਹੁੰਦਾ ਸੁੱਖ ਹੁੰਦਾ ਜਦੋਂ ਮਰਜ਼ੀ। ਦਿੰਨੇ ਆ ਜੀ ਸਾਨੂੰ। ਹਾਂ, ਜਦੋਂ ਮਰਜ਼ੀ ਆੜ੍ਹਤੀ ਨੂੰ ਸਿੱਧੀ ਪੇਮੈਂਟ ਗੰਨੇ ਦੀ ਹੈ ਜੀ ਸਾਡੀ, 2-2 ਸਾਲ ਦੇ ਪੈਸੇ ਨਹੀਂ ਆਉਂਦੇ ਜੀ ਗੰਨੇ ਦੀ ਪੇਮੈਂਟ ਦੇ। ਹੁਣ ਕਣਕ ਦਾ ਵੀ ਇਹੀ ਹੋਏ ਕਰੂਗਾ, ਪੈਸੇ ਰੋਕ ਲਿਆ ਕਰੂੰਗੇ ਜੀ ਅਸੀਂ, ਫਿਰ ਸਾਈਡ ਤਾਂ ਸਾਡਾ ਤਾਂ ਇੱਕ ਦਿਨ ਦੇ ਪੈਸੇ ਵੀ ਨਾ ਸਰਦਾ ਜੀ। ਤਾਂ ਕਣਕ ਨੂੰ ਆ ਕੇ ਦੇਖਿਆ ਕਿਸੇ ਨੇ ਜਾਇਜ਼ਾ ਲਿੱਤਾ ਹੈਗਾ ਕਿ ਅਜੇ ਕੁਝ ਐਵੇਂ ਹੀ ਤੁਸੀਂ ਖੜੇ ਹੋਏ ਹੋ? ਕੋਈ ਨਹੀਂ ਜੀ ਆਇਆ, ਮੈਂ ਸਵੇਰ ਦੇ 5 ਵਜੇ ਦਾ ਆਇਆ ਵਾਂ ਜੀ ਅੱਜ ਇੱਥੇ। ਹਾਂਜੀ, ਕੋਈ ਤਾਂ 5 ਵਜੇ ਤੋਂ ਇਹਨਾਂ ਨੇ ਆ ਕੇ ਪਹਿਲੀ ਢੇਰੀ ਲਾ ਦਿੱਤੀ ਹੈਗੀ ਹੈ। ਹਾਂ, ਚਲੋ ਆੜ੍ਹਤੀ ਨੇ ਤਰਵਾ ਲੀਆਂ ਜੀ ਇੱਥੇ ਵੀ, ਚਲੋ ਵਾਪਸ ਕਾਹਨੂੰ ਭੇਜਣੇ ਆ ਜੀ। ਹਾਂ, ਕੋਈ ਸਰਕਾਰ ਦਾ ਕੋਈ ਅਫਸਰ ਨਹੀਂ, ਕੁਛ ਨਹੀਂ ਆਇਆ ਜੀ ਇੱਥੇ। ਤਾਂ ਕਿਹਨੂੰ ਤੁਸੀਂ ਕਸੂਰਵਾਰ ਮੰਨਦੇ ਹੋ, ਪੰਜਾਬ ਸਰਕਾਰ ਕਿ ਕੇਂਦਰ ਸਰਕਾਰ? ਕੇਂਦਰ ਸਰਕਾਰ ਦਾ ਕਸੂਰ ਹੈ ਵੈਸੇ ਜੀ, ਪੰਜਾਬ ਸਰਕਾਰ ਦਾ ਥੋੜਾ। ਚਲੋ ਜੋ ਮਸਲਾ ਸੀ, ਇਹ ਪਤਾ ਤਾਂ ਹੈ ਤੇ ਵੀ ਸੀਜ਼ਨ ਹਰੇਕ ਸਾਲ ਆਂਦਾ ਜੀ, ਇਹ ਪਹਿਲਾਂ ਮਸਲਾ ਹੱਲ ਕਰੋ। ਇਹੀ ਸਵਾਲ ਖੜੇ ਹੋ ਰਹੇ ਨੇ ਆੜ੍ਹਤੀ ਵੀ ਕਿ ਪਰੇਸ਼ਾਨ ਹੈ ਜੀ। ਪਹਿਲਾਂ ਕਿਉਂ ਨਹੀਂ ਮਸਲੇ ਨੂੰ ਜਿਹੜਾ ਹੈਗਾ ਉਹ ਟੇਕ ਅਪ ਕੀਤਾ ਗਿਆ? ਪਹਿਲਾਂ ਕਰਨਾ ਚਾਹੀਦਾ ਸੀ ਜੀ ਇਹ। ਤਾਂ ਤੁਹਾਡੀ ਕਿੰਨੀ ਫਸਲ ਜਿਹੜੀ ਹੈਗੀ ਤੁਸੀਂ ਲੈ ਕੇ ਆਏ ਹੈਗੇ? ਹੁਣ ਜੀ 75 ਕੁਇੰਟਲ ਦਾ ਗੇੜਾ ਜੀ। ਹਾਂਜੀ, ਘਰਾਂ ਜਗ੍ਹਾ ਨਹੀਂ ਹੈ ਜੀ ਗੇਰਨੇ ਨੂੰ, ਦੱਸੋ ਕਿੱਥੇ ਗੇਰੀਏ? ਪੈਸਿਆਂ ਦੀ ਲੋੜ ਹੈ, ਆੜ੍ਹਤੀ ਕਹਿੰਦਾ ਵੀ ਸਿੱਧੀ ਪੇਮੈਂਟ ਕਰਕੇ, ਤਾਂ ਅਸੀਂ ਕਿੱਥੇ ਦਈਏ ਜੀ? ਟਰੈਲੀਆਂ ਲੈ ਕੇ ਆਉਂਦੇ ਜੀ, ਆਪਣੀ ਟਰੈਲੀ ਨਹੀਂ ਹੈ, ਕਿਸੇ ਸਾਧਨ ਨਹੀਂ ਹੈ ਜੀ। ਅਗਰ ਘਰ ਉਤਾਰਦੇ ਲੇਬਰ ਪੈਂਦੀ ਹੈ ਜੀ। ਹਾਂਜੀ, ਲੇਬਰ ਇੱਥੇ ਮਿਲ ਰਹੀ ਹੈਗੀ, ਲੇਬਰ ਦੀ ਸੁਵਿਧਾ ਹੈਗੀ? ਨਹੀਂ ਬੈਠੇ ਲੇਬਰ ਤਾਂ ਹੈ ਜੀ, ਉਹ ਵੀ ਆੜ੍ਹਤੀ ਨੇ ਆਪਣੇ ਪੱਲੇ ਤੋਂ ਪੈਸੇ ਦੇ ਕੇ ਲੇਬਰਾਂ ਤਾਂ ਬੁਲਾਈਆਂ ਹੋਈਆਂ ਜੀ, ਉਹ ਵੀ ਵਿਹਲੇ ਬੈਠੇ ਜੀ। ਦੇਖੋ ਸਭ ਲੇਬਰ, ਤਾਂ ਲੇਬਰ ਵੀ ਜਿਹੜੀ ਹੈਗੀ ਆ ਤੁਸੀਂ ਵੇਖ ਸਕਦੇ ਹੋ ਵਿਹਲੀ ਬੈਠੀ ਹੈਗੀ ਹੈ। ਤਾਂ ਆੜ੍ਹਤੀਏ ਆਪਣੇ ਕੋਲੋਂ ਖਰਚਾ ਕਰ ਰਹੀ ਹੈਗੀ ਹੈ। ਹਾਂਜੀ, ਸਰਕਾਰ ਤਾਂ ਕਹਿੰਦੀ ਅਸੀਂ ਲੇਬਰ ਵੀ ਨਹੀਂ ਦੇਣੀ ਇਹਨਾਂ ਨੂੰ, ਵੀ ਤੁਸੀਂ ਆੜ੍ਹਤੀ ਦਵੇ ਚਾਹੇ ਨਾ ਦਵੇ, ਕਿ ਜ਼ਿਮੀਂਦਾਰ ਤੋਂ ਵੀ ਨਹੀਂ ਕੱਟਣੀ
ਤੇ ਇਹਨਾਂ ਨੂੰ ਲੇਬਰ ਅਸੀਂ ਕਿੱਥੇ ਦਵਾਂਗੇ? ਇਹ ਬੰਦੇ 2-2000 ਕਿਲੋਮੀਟਰ ਤੇ ਇੱਥੇ ਚੱਲ ਕੇ ਆਏ ਉਹਦੀ ਵੀ ਰੋਜ਼ੀ ਰੋਟੀ ਹੈਗੀ ਹੈ, ਵੀ ਇਸੀ ਆਸ ਤੇ ਆਏ ਹੋਣਗੇ ਕਿ ਲੇਬਰ ਮਿਲੂਗੀ। ਹਰ ਸਾਲ ਆਉਂਦੇ ਆ, ਪਰ ਇਹ ਕਹਿੰਦੇ ਵੀ ਇਹਨਾਂ ਦਾ ਕੋਈ ਲੋਡਿੰਗ ਦੇਣੀ ਆ, ਨਾ ਕੋਈ ਸਾਫ਼ ਸਫਾਈ ਦੇਣਾ, ਕੁਝ ਨਹੀਂ ਸਰਕਾਰ ਕਹਿੰਦੀ ਕੱਟਣਾ ਹੈਗਾ। ਤਾਂ ਕਿੱਥੋਂ ਤੁਸੀਂ ਆਏ ਹੈਗੇ ਹੋ ਜੀ? ਮੈਂ ਬਹਾਦਰ ਸਿੰਘ ਨਿਆਮਿਆ, ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ, ਜਨਰਲ ਸਕੱਤਰ ਜ਼ਿਲ੍ਹਾ ਮੋਹਾਲੀ ਜੀ। ਅਸੀਂ ਅੱਜ ਸਵੇਰ ਦੇ ਆਏ ਪਏ 5 ਵਜੇ ਦੇ ਕਣਕ ਲੈ ਕੇ। ਕੋਈ ਇੱਥੇ ਕਣਕ ਨੂੰ ਨਾ ਕੋਈ ਸਾਡੇ ਨੂੰ ਦੇਖਣ ਆਇਆ, ਨਾ ਕੋਈ ਏਜੰਸੀ ਵਾਲਾ ਆਇਆ, ਨਾ ਕੋਈ ਮਾਰਕੀਟ ਦਫ਼ਤਰ ਤੇ ਆਇਆ। ਕਿਸਾਨ ਬਹੁਤ ਪਰੇਸ਼ਾਨ ਹੋ ਰਿਹਾ। ਹਾਲਾਂਕਿ ਜਦੋਂ ਆਪਾਂ ਗੱਲ ਕਰੀਏ ਖਰੀਦ ਦੇ ਪਹਿਲੇ ਦਿਨ ਦੀ, ਤਾਂ ਇੱਕ ਬੜਾ ਚਾਅ ਹੁੰਦਾ ਹੈਗਾ, ਮੰਡੀਆਂ ਦੇ ਵਿੱਚ ਚਹਿਲ ਪਹਿਲ ਹੁੰਦੀ ਹੈਗੀ ਹੈ, ਰੌਣਕਾਂ ਲੱਗੀਆਂ ਹੁੰਦੀਆਂ ਨੇ ਕਿ ਹਾਂ ਵੀ ਸਾਡੀ ਫਸਲ ਜਿਹੜੀ ਹੈਗੀ ਆ ਉਹ ਅੱਜ ਤੋਂ ਖਰੀਦਣੀ ਸ਼ੁਰੂ ਹੋ ਜਾਊਗੀ। ਕਿਸਾਨ ਵੀ ਬੜੇ ਚਾਵਾਂ ਦੇ ਨਾਲ ਆਉਂਦੇ ਨੇ। ਤਾਂ ਅੱਜ ਲੱਗਦਾ ਕਿ ਇੱਥੇ ਸਾਰਾ ਸੁਨਸਾਨ ਹੀ ਜਿਹੜਾ ਹੈਗਾ ਉਹ ਜਾਪ ਰਿਹਾ। ਮੰਡੀਆਂ ਵੀ ਜਿਹੜੀਆਂ ਹੈਗੀਆਂ ਨੇ ਅੱਜ ਇੱਕ ਤਰੀਕੇ ਨਾਲ ਇੱਥੇ ਖੰਡਰ ਜਿਹੜੀਆਂ ਹੈਗੀਆਂ ਬਣੀਆਂ ਹੋਈਆਂ ਜਾਪਦੀਆਂ ਨੇ। ਇਹ ਤਾਂ ਅੱਗੇ ਨਾਲੋਂ ਵੀ ਸੁਨਸਾਨ ਹੁੰਦੀਆਂ ਜਾ ਰਹੀਆਂ ਮੰਡੀਆਂ। ਸੈਂਟਰ ਸਰਕਾਰ ਦੀਆਂ ਨੀਤੀਆਂ ਇਹੀਆਂ ਜਿਹੀਆਂ ਹੋ ਗਈਆਂ ਵੀ ਕਿਸਾਨ ਨੂੰ ਇੰਨਾ ਪਰੇਸ਼ਾਨ ਕਰਨ ਲੱਗ ਗਏ। ਸਾਨੂੰ ਕੋਈ ਚੌ ਰਿਹਾ ਹੀ ਨਹੀਂ ਹੈਗਾ ਵੀ ਕਣਕ ਵੱਢ ਕੇ ਅਸੀਂ ਮੰਡੀਆਂ 'ਚ ਲੈ ਕੇ ਜਾਣੀਆਂ। ਪਰੇਸ਼ਾਨੀਆਂ ਬਹੁਤ ਹੋ ਰਹੀਆਂ। ਇੱਕ ਬੱਦਲਵਾਈ ਦੀ ਜਦ ਖੇਤ ਦੇ ਵਿੱਚ ਫਸਲ ਖੜੀ ਹੁੰਦੀ ਹੈ ਕਿਸਾਨਾਂ ਨੂੰ ਰਹਿੰਦੀ ਹੈ, ਉੱਤੋਂ ਜਦੋਂ ਅਸੀਂ ਵੱਢ ਕੇ ਲਿਆਏ, ਜਦੋਂ ਸਾਡੀ ਫਸਲ ਨੂੰ ਕੋਈ ਪੁੱਛਦਾ ਨਹੀਂ, ਫਿਰ ਸਾਨੂੰ ਬਹੁਤ ਦੁੱਖ ਹੁੰਦਾ। ਇਹ ਕਿਸਾਨ ਨੂੰ ਅੰਨਦਾਤਾ ਕਿਹਾ ਜਾਂਦਾ, ਪਰ ਉਸ ਅੰਨਦਾਤੇ ਨੂੰ ਅੱਜ ਸਰਕਾਰਾਂ ਰੋਲ ਰਹੀਆਂ। ਤਾਂ ਅੱਜ ਉਸ ਅੰਨਦਾਤੇ ਨੂੰ ਸਰਕਾਰਾਂ ਰੋਲ ਰਹੀਆਂ ਨੇ। ਤਾਂ ਤੁਸੀਂ ਆਹ ਵੇਖ ਵੀ ਸਕਦੇ ਹੋ ਕਿ ਕਿਸਾਨ ਕਿਸ ਤਰੀਕੇ ਨਾਲ ਇੱਥੇ ਹੁਣ ਰੁਲਦੇ ਹੋਏ ਵੀ ਨਜ਼ਰ ਆ ਰਹੇ ਹੈਗੇ ਨੇ, ਕਿਉਂਕਿ ਕੋਈ ਸਾਰ ਲੈਣ ਵਾਲਾ ਨਹੀਂ ਹੈਗਾ, ਕੋਈ ਆ ਕੇ ਇੱਥੇ ਖਰੀਦ ਕਰਨ ਵਾਲਾ ਨਹੀਂ ਹੈਗਾ। ਢੇਰੀਆਂ ਲਗਾ ਦਿੱਤੀਆਂ ਨੇ, ਟਰਾਲੀਆਂ ਜਿਹੜੀਆਂ ਹੈਗੀਆਂ ਨੇ ਉਹ ਕਹਿੰਦੇ ਕਿਰਾਏ ਦੇ ਉੱਤੇ ਲੈ ਕੇ ਆਏ ਹੋਏ ਆ। ਘਰਾਂ ਦੇ ਵਿੱਚ ਰੱਖਣ ਦੀ ਕੋਈ ਥਾਂ ਨਹੀਂ ਹੈਗੀ। ਘਰ ਦੇ ਵਿੱਚ ਵੀ ਜੇਕਰ ਰੱਖਦੇ ਹੈਗੇ ਤਾਂ ਲੇਬਰ ਉਹਦੀ ਐਕਸਟਰਾ ਪੈਂਦੀ ਹੈਗੀ ਹੈ, ਫਿਰ ਇੱਥੇ ਉਤਾਰਨ ਦੀ ਫਿਰ ਪੈਂਦੀ ਹੈਗੀ ਹੈ। ਤਾਂ ਆਹ ਚੀਜ਼ਾਂ ਇੱਥੇ ਇਹਨਾਂ ਕਿਸਾਨਾਂ ਨੂੰ ਸਮੱਸਿਆਵਾਂ ਜਿਹੜੀਆਂ ਹੈਗੀਆਂ ਉਹ ਵੇਖਣ ਨੂੰ ਮਿਲ ਰਹੀਆਂ ਹੈਗੀਆਂ ਨੇ। ਤਾਂ ਇਹ ਵੀ ਇੱਕ ਤਰੀਕੇ ਦਾ ਆਪਾਂ ਕਹਿ ਸਕਦੇ ਹੈਗੇ ਕਿ ਮੰਡੀਆਂ ਨੂੰ ਖਤਮ ਕਰਨ ਦੀ ਜਿਸ ਤਰੀਕੇ ਨਾਲ ਗੱਲ ਹੁੰਦੀ ਸੀ, ਤਾਂ ਜੇਕਰ ਇਹੀ ਫਰਮਾਨ ਜਾਰੀ ਰਿਹਾ ਤਾਂ ਮੰਡੀਆਂ ਨੇ ਆਪਣੇ ਆਪ ਖਤਮ ਹੋ ਜਾਣਾ ਹੈਗਾ। ਨਹੀਂ, ਸਰਕਾਰਾਂ ਤਾਂ ਇਹੀ ਚਾਹੁੰਦੀਆਂ ਨਾ। ਸਰਕਾਰਾਂ ਇਹੀ ਚਾਹੁੰਦੀਆਂ ਵੀ ਕਿਸਾਨਾਂ ਤੋਂ ਮੰਡੀਆਂ ਤੋੜ ਕੇ ਕਿਸੇ ਨਾ ਕਿਸੇ ਤਰ੍ਹਾਂ ਜ਼ਮੀਨਾਂ ਹਥਿਆਈਆਂ ਜਾਵੇ, ਕਿਸਾਨਾਂ ਨੂੰ ਵਿਹਲੇ ਕਰ ਦਿੱਤਾ ਜਾਵੇ, ਔਰ ਜੋ ਵੀ ਕਾਰਪੋਰੇਟ ਘਰਾਣੇ ਇੱਥੇ ਲਿਆਂਦੇ ਜਾਵੇ, ਖੇਤੀਬਾੜੀ ਸਾਰੀ ਵੱਡੇ ਹੱਥਾਂ ਵਿੱਚ ਦਿੱਤੀ ਜਾਵੇ, ਕਿਸਾਨਾਂ ਨੂੰ ਉੱਥੇ ਨੌਕਰ ਬਣਾ ਕੇ ਕੰਮ ਕਰਵਾਇਆ ਜਾਵੇ ਉਹਨਾਂ ਤੇ। ਕਿਸਾਨ ਤਾਂ ਸਰਕਾਰਾਂ ਦੀਆਂ ਨੀਤੀਆਂ ਇੰਨੀਆਂ ਬਣਾ ਚੁੱਕੇ ਆ ਵੀ ਵਿਹਲੇ ਕਰ ਦੇਣਾ ਇਹਨਾਂ ਨੂੰ। ਇੱਕ ਇਹ ਵੀ ਗੱਲ ਹੈਗੀ ਕਿ ਪੰਜਾਬ ਤੋਂ ਹੀ ਜ਼ਿਆਦਾ ਖਫਾ ਜਿਹੜੇ ਹੈਗੇ ਨੇ ਇਹ ਨਜ਼ਰ ਆ ਰਹੇ ਹੈਗੇ ਨੇ। ਹਾਲਾਂਕਿ ਹੋਰ ਅਸੀਂ ਸੂਬਿਆਂ ਦੀ ਗੱਲ ਕਰਦੇ ਹਾਂ, ਹਰਿਆਣਾ ਵਾਲੇ ਤਾਂ ਕਹਿੰਦੇ ਕਿ ਅਸੀਂ ਖਰੀਦ ਸ਼ੁਰੂ ਕਰ ਦਿੱਤੀ ਹੈਗੀ ਹੈ, ਜੋ ਨਵੇਂ ਫਰਮਾਨ ਹੈਗੇ ਆ ਉਹਦੇ ਅਨੁਸਾਰ ਖਰੀਦ ਅਸੀਂ ਕਰ ਰਹੇ ਹੈਗੇ ਆ। ਪਰ ਇਹ ਬਾਂਹ ਜਿਹੜੀ ਹੈਗੀ ਹੈ ਸਿਰਫ ਇਕੱਲੇ ਪੰਜਾਬ ਦੀ ਮਰੋੜੀ ਜਾ ਰਹੀ ਹੈਗੀ ਹੈ। ਇਹ ਬਾਂਹ ਪੰਜਾਬ ਦੀ, ਕਿਉਂਕਿ ਜਿਹੜਾ ਖੁਸ਼ਹਾਲ ਆਪਣਾ ਸਭ ਤੋਂ ਜ਼ਿਆਦਾ ਸਾਰੇ ਹਿੰਦੁਸਤਾਨ ਦੇ ਵਿੱਚ ਪੰਜਾਬ ਹੀ ਸੀਗਾ ਜਿਹਨੇ ਆਪਣੇ ਦੇਸ਼ ਦਾ ਢਿੱਡ ਭਰਿਆ ਹੈ। ਇੱਥੇ ਸਰਕਾਰਾਂ ਨੇ ਸਾਨੂੰ ਨਵੇਂ ਬੀਜ ਲਿਆ ਕੇ ਆਪਣੇ ਢਿੱਡ ਭਰ ਲਏ। ਹੁਣ ਇਹਨਾਂ ਦੇ ਢਿੱਡ ਇੰਨੇ ਭਰ ਚੁੱਕੇ ਆ ਕਿ ਹੁਣ ਜਿਹੜਾ ਕਿਸਾਨ ਅੰਨਦਾਤਾ ਕਹਾਉਂਦਾ ਤਾ, ਜਿਸ ਨੇ ਇੰਨੀ ਮਜ਼ਦੂਰੀ ਮਿਹਨਤ ਕਰਕੇ ਇਹਨਾਂ ਨੂੰ ਫਸਲਾਂ ਦੇਤੀਆਂ, ਤਾਂ ਉਹਨਾਂ ਨੂੰ ਇਹ ਮਾਰਨਾ ਚਾਹੁੰਦੇ ਆ ਵੀ ਕਿਸਾਨ ਉੱਪਰ ਨਾ ਉੱਠ ਖੜੇ। ਪੜ੍ਹੇ ਲਿਖਿਆ ਕਿਸਾਨ ਹੋ ਗਿਆ, ਹੁਣ ਅੱਗੇ ਵਾਲਾ ਕਿਸਾਨ ਨਹੀਂ ਰਿਹਾ। ਪਰ ਅਸੀਂ ਇਹ ਵੀ ਕਿਸਾਨ ਨੂੰ ਐਲਾਨ ਕਰਦੇ ਹਾਂ ਵੀ ਅਸੀਂ ਆਪਣੇ ਮਰਦੇ ਦਮ ਤੱਕ ਜਦੋਂ ਜਹਿਦ ਕਰੂੰਗੇ, ਅਸੀਂ ਇਹੋ ਜਿਹੇ ਕਾਨੂੰਨ ਪੰਜਾਬ ਵਿੱਚ ਲਾਗੂ ਨਹੀਂ ਹੋਣ ਦਊਂਗੇ। ਸਾਡੇ ਵੀਰ ਅਸੀਂ ਵੀ ਸਾਰੇ ਦਿੱਲੀ 'ਚ ਬੈਠੇ ਆ, ਮੋਰਚਾ ਜਿੱਤੂਗੇ, ਫਸਲਾਂ ਵੇਚੂਗੇ। ਤਾਂ ਭਰੇ ਮਨ ਦੇ ਨਾਲ ਅੱਜ ਇਹਨਾਂ ਕਿਸਾਨਾਂ ਨੂੰ ਇੱਥੇ ਖੜਾ ਹੋਣਾ ਪੈ ਰਿਹਾ ਹੈਗਾ। ਤਾਂ ਹੋਰ ਵੀ ਬਹੁਤ ਸਾਰੇ ਤੁਸੀਂ ਵੇਖ ਸਕਦੇ ਹੈਗੇ ਹੋ ਇੱਥੇ ਕਿਸਾਨ ਪਹੁੰਚੇ ਹੋਏ ਨੇ। ਤਾਂ ਜੀ ਕਿੱਥੋਂ ਆਏ ਹੈਗੇ ਤੁਸੀਂ? ਪਿੰਡ ਮੌਜਪੁਰ ਤੇ ਕਦੋਂ ਤੇ ਆਏ ਹੋਏ ਹੋ? 4 ਵਜੇ ਤੇ ਸਵੇਰੇ 4 ਵਜੇ ਆ ਗਏ ਸੀਗੇ। ਢੇਰੀ ਲਾਤੀ ਲਿਆ ਕੇ ਇੱਥੇ ਸੁੱਟਤੀ ਕਣਕ? ਢੇਰੀ ਲਾਈ ਪਈ ਜੀ, ਕਣਕ ਲਾਈ, ਸੰਭਰਾਇਆ ਬਈਆਂ ਤੇ ਆਪ ਆ ਕੇ ਗਾ। ਮਾਰਕੀਟ ਵਾਲਿਆਂ ਨੇ ਇੱਥੇ ਕੋਈ ਸੰਭਰਿਆ ਬਣ ਤਾਂ ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ ਤਾਂ ਅੱਛਾ, ਸਾਰਾ ਕੁਝ ਆਪ ਕੀਤਾ ਹੈ? ਆਪ ਇੱਥੇ ਬਈਆਂ ਆ ਕੇ ਆਪ ਸੰਭਰਾਇਆ, ਤਾਂ ਢੇਰੀ ਕਰੀ ਹੈ ਇੱਥੇ ਆ ਕੇ। ਹਾਂਜੀ। ਤਾਂ ਆੜਤੀ ਹਾਲਾਂਕਿ ਹੜਤਾਲ ਦੇ ਉੱਤੇ ਨੇ, ਕਿਉਂਕਿ ਕਹਿੰਦੇ ਕਿ ਅਦਾਇਗੀ ਜਿਹੜੀ ਹੈਗੀ ਹੈ ਸਿੱਧੀ ਖਾਤਿਆਂ ਦੇ ਵਿੱਚ ਹੋਵੇ, ਕਿਸਾਨਾਂ ਦੇ ਸਿੱਧੇ ਖਾਤਿਆਂ 'ਚ ਅਸੀਂ ਪੈਸੇ ਪਾਵਾਂਗੇ। ਆੜਤੀ ਕਹਿੰਦੇ ਕਿ ਸਾਡੇ ਜ਼ਰੀਏ ਹੀ ਜਿਹੜੀ ਹੈਗੀ ਆ ਉਹ ਅਦਾਇਗੀ ਹੋਣੀ ਚਾਹੀਦੀ ਹੈਗੀ ਹੈ। ਤਾਂ ਲੱਗਦਾ ਹੁਣ ਪਾੜਾ ਜਿਹੜਾ ਹੈਗਾ ਉਹ ਪਾਉਣ ਦੀ ਕੋਸ਼ਿਸ਼ਾਂ ਕੇਂਦਰ ਸਰਕਾਰ ਕਰ ਰਹੀ ਹੈ। ਆੜਤੀ ਦੇ ਹੱਥ ਖਾਤਾ ਪੈਣਾ, ਸਾਡੀ ਤਾਂ ਮੰਗ ਇਹੀ ਹੈ ਜੀ, ਆੜਤੀ ਦਾ। ਹਾਂਜੀ। बाकी मार्केटिंग वाले का इतना कोई पानी का कोई प्रबंध नहीं है। इस साल हुआ प्रबंध, कोई प्रबंध नहीं, कोई लेना नहीं, कोई सैनिटाइजर कोई मास्क मूस्क दे रहे हैं? कोई नहीं मास्क दिया, किसी ने नहीं दिया हाली तक। ਸਿੱਧੀ ਦਾਇਕ ਦੀ ਮੈਂ ਤੁਹਾਨੂੰ ਦੱਸ ਦਿੰਦਾ, ਅਸੀਂ ਗੰਨੇ ਦੀ ਫਸਲ ਲਾਉਂਦੇ ਆ। ਮੇਰਾ ਖੁਦ ਦਾ ਆਪਣਾ 2 ਲੱਖ ਰੁਪਈਆ ਪਿਛਲੇ ਸਾਲ ਦਾ ਰਹਿੰਦਾ ਮਿਲ ਕਿੰਨੀ, ਉਹ ਜਿਹੜਾ ਕਿ ਪੰਜਾਬ ਸਰਕਾਰ ਨੇ ਸੈਂਟਰ ਸਰਕਾਰ ਨੇ ਦੇਣਾ ਤਾਂ ਉਹ ਨਹੀਂ ਦਿੱਤਾ, ਇਸ ਸਾਲ ਦਾ ਰਹਿੰਦਾ। ਦੱਸੋ ਅਸੀਂ ਕਿਸਾਨ 1 ਸਾਲ ਗੰਨੇ ਦੀ ਫਸਲ ਪਹਿਲਾਂ ਖੇਤ ਵਿੱਚ ਖੜੀ ਰਹੀ,
2 ਸਾਲ ਹੋ ਗਏ ਇਹਨਾਂ ਨੂੰ ਵੇਚੀ ਨੂੰ, ਉਸ ਦੇ ਪੈਸੇ ਨਹੀਂ ਦਿੱਤੇ। ਅੱਜ ਇਹ ਸਾਡੀ ਕਣਕ ਖਰੀਦ ਕੇ ਸਾਨੂੰ ਗਵਰਨਮੈਂਟ ਕਦ ਪੈਸੇ ਦੇ ਦੇਗੀ, ਜਦ ਕਿ ਪੈਸੇ ਦੀ ਸਾਨੂੰ ਅੱਜ ਜ਼ਰੂਰਤ ਹੈ। ਆੜਤੀ ਨਾਲ ਸਾਡਾ ਐਸਾ ਰਿਸ਼ਤਾ, ਅਸੀਂ ਦੁੱਖ ਸੁੱਖ ਔਰ ਜਦੋਂ ਵੀ ਸਾਨੂੰ ਜ਼ਰੂਰਤ ਪੈਂਦੀ ਹੈ, ਅੱਧੀ ਰਾਤ ਪੈਂਦੀ ਹੈ, ਸਵੇਰੇ ਪੈਂਦੀ ਹੈ, ਅਸੀਂ ਇਹਨਾਂ ਤੋਂ ਬਿਨਾਂ ਸਾਈਨ ਕਰੇ ਤੋਂ ਪੇਮੈਂਟ ਲੈ ਲੈਂਦੇ ਹਾਂ। ਤਾਂ ਇਹ ਤਸਵੀਰ ਜਿਹੜੀ ਹੈਗੀ ਹੈ ਇਸ ਵੇਲੇ ਦੇਖ ਰਹੇ ਹੋ, ਸਵੇਰੇ 4 ਵਜੇ ਹੀ ਇੱਥੇ ਟਰਾਲੀਆਂ ਲਿਆ ਕੇ ਲਾ ਦਿੱਤੀਆਂ ਸੀਗੀਆਂ। ਤਾਂ ਕਹਿੰਦੇ ਕੋਈ ਵੀ ਪ੍ਰਬੰਧ ਜਿਹੜੇ ਹੈਗੇ ਨੇ ਉਹ ਨਹੀਂ ਕੀਤੇ ਜਾ ਰਹੇ। ਲੇਬਰ ਇੱਥੇ ਪਹੁੰਚੀ ਹੋਈ ਹੈ, ਲੇਬਰ ਨਾਲ ਵੀ ਗੱਲਬਾਤ ਕਰਦੇ ਹੈਗੇ ਆ ਕਿ ਕਦੋਂ ਦੇ ਇੱਥੇ ਪਹੁੰਚੇ ਹੋਏ ਨੇ, ਕਿਵੇਂ ਦਾ ਇੱਥੇ ਤਸਵੀਰ ਵੇਖਦੇ ਹੈਗੇ ਨੇ। ਕਹਾਂ ਸੇ ਆਪ ਆਏ हैं? बिहार से आए हैं जी। तो पहले भी इसी मंडी में आते थे कि इस बार पहली बार आए हैं? न पहले भी आते थे जी। तो आज से अदायगी शुरू हो चुकी है। हालांकि अब आपस में जो है ये रेड का चल रहा है किसानों का और आड़तियों का। आपको क्या पैसे मिल रहे हैं या अभी तक आपके पैसे की कोई बात नहीं हुई? पहले तो मिलता था जी, अभी कुछ नहीं मिलता। अभी तो हम बैठे हुए हैं 6-7 रोज से बैठे हुए हैं, कोई काम नहीं मिलता है। तो कितनी दिहाड़ी होती थी एक दिन की? आप एक दिन में 400-500 हो जाते थे। हाँ जी। तो लगता है कि अब इसका नुकसान भी आपको होगा कि काम बंद पड़ा हुआ है और काम नहीं हो रहा है? अभी तो नुकसान हो रहा है जी, अभी बंद पड़ा है तो नुकसान नहीं होगा। घर से आए हैं तो 25 से 3 हज़ार रुपये किराया दे करके आए, बाल बच्चा रख करके। तो इसके लिए आए हैं, 1 महीना जा रहे हैं, कुछ बचेगा तो हम लोग बाल बच्चा खिलाएंगे, इसीलिए आए हैं। आके इसे बैठे हुए हैं, कोई काम नहीं है। अच्छा, कहा जाता है कि बिहार में मंडियां जो हैं वो सभी बंद हो गई हैं, वहाँ पे कोई खरीद नहीं होती है। क्या यही तस्वीर है बिहार की? वहाँ भी ऐसे ही है, वहाँ कोई खरीदता नहीं है। तो लगता है जो बिहार में हाल हुआ है वही पंजाब का भी हो जाएगा। वो भी ऐसे ही लगता है, जो ऐसे ही होने वाला है। ਤਾਂ ਕਹਿੰਦੇ ਕਿ ਜੋ ਬਿਹਾਰ ਦੇ ਵਿੱਚ ਹੋਇਆ, ਜੋ ਹਾਲ ਬਿਹਾਰ ਦੀਆਂ ਮੰਡੀਆਂ ਦੇ ਵਿੱਚ ਹੋਇਆ, ਉਹੀ ਇੱਥੇ ਇਹਨਾਂ ਦਾ ਪੰਜਾਬ ਦੇ ਵਿੱਚ ਵੀ ਹੋ ਜਾਣਾ ਹੈ। ਤਾਂ ਕਹਾਂ ਸੇ ਆਪ ਆਏ हैं भैया? कहाँ से आए? बिहार से आए हैं जी। क्या कहना चाहेंगे? आज काम नहीं हो रहा, मंडियां बंद पड़ी हुई हैं, कैसी परेशानी आपको आ रही है? परेशानी तो कोई बात नहीं है जी, काम तो हम लोग का 7 तारीख को आए हैं, 7 तारीख से बैठे हैं। आज काम चल रहा है तो आरती सब हड़ताल करके रखा है जी, बस इतना ही बात है। परेशानी दिक्कत आ रही है, परेशानी महसूस हो रही है, पैसे नहीं बन रहे? चल रहा है तो दिक्कत तो होगा नहीं। ਤਾਂ ਆਹ ਦਿੱਕਤਾਂ ਹਰ ਇੱਕ ਵਰਗ ਨੂੰ ਹੈਗੀਆਂ ਨੇ। ਲੇਬਰ ਹੈਗੀ ਹੈ, ਇਹ ਵੀ ਕਿਰਾਇਆ ਭਾੜਾ ਲਾ ਕੇ ਕਹਿੰਦੇ ਅਸੀਂ ਆਏ ਹੈਗੇ ਆ। ਤਾਂ ਆਹ ਤੁਸੀਂ ਵੇਖ ਸਕਦੇ ਹੋ ਮਸ਼ੀਨਾਂ ਇੱਥੇ ਬੰਦ ਪਈਆਂ ਹੋਈਆਂ ਨੇ, ਕਿਸੇ ਵੀ ਤਰੀਕੇ ਦੀ ਇੱਥੇ ਕੋਈ ਵੀ ਜਿਹੜੀ ਹੈ ਖਰੀਦ ਨਹੀਂ ਹੋ ਪਾ ਰਹੀ ਹੈਗੀ। ਤਾਂ ਇੰਤਜ਼ਾਰ ਜਿਹੜਾ ਹੈਗਾ ਉਹੀ ਕੀਤਾ ਜਾ ਰਿਹਾ ਕਿ ਕਦੋਂ ਆਪਸ ਦੇ ਵਿੱਚ ਕਿਸਾਨਾਂ ਦਾ ਤੇ ਆੜਤੀਆਂ ਦਾ ਜਿਹੜਾ ਹੈਗਾ ਉਹ ਕੋਈ ਹੱਲ ਨਿਕਲੇ ਤੇ ਫਿਰ ਖਰੀਦ ਜਿਹੜੀ ਹੈਗੀ ਉਹ ਸ਼ੁਰੂ ਹੋਵੇ। ਬਾਈ ਕਿੱਥੋਂ ਆਏ ਹੈਗੇ ਹੋ ਜੀ? ਅਸੀਂ ਜੀ ਉਰੇ ਬਡਾਲੇ ਤੋਂ ਆਏ ਜੀ। ਤਾਂ ਸਵੇਰ ਦੀ ਆਏ ਹੋਏ ਆ? ਹਾਂ ਸਵੇਰ ਦੇ ਆਏ ਹੋਏ। ਢੇਰੀ ਲਾਤੀ ਉਰੇ? ਮੈਂ ਢੇਰੀ ਦੇ ਅਸੀਂ ਤਾਂ ਭਾੜਾ ਕਰਦੇ ਜੀ। ਤੁਸੀਂ ਭਾੜਾ ਕਰਦੇ ਤਾਂ ਕਿਵੇਂ ਅੱਜ ਸੁਨਸਾਨ ਪਈਆਂ ਹੋਈਆਂ ਮੰਡੀਆਂ ਤੁਹਾਨੂੰ ਕੀ ਨਜ਼ਰ ਆ ਰਹੀਆਂ ਜੀ? ਸਾਰਾ ਸਮਸਾਨ ਪਿਆ, ਕੁਝ ਵੀ ਨਜ਼ਰ ਨਹੀਂ ਆ ਰਿਹਾ ਜੀ। ਤਾਂ ਕੰਮ ਤੁਹਾਡਾ ਵੀ ਠੱਪ ਹੋਇਆ ਪਿਆ? ਬਿਲਕੁਲ ਵਿਹਲੇ ਬੈਠੇ, ਕਈ ਦਿਨ ਹੋ ਗਏ ਜੀ ਵਿਹਲੇ ਆ। ਤਾਂ ਕੀ ਪਹਿਲਾਂ ਉਮੀਦ ਸੀਗੀ ਹੈ ਨਾ ਕਿ ਖਰੀਦ ਸ਼ੁਰੂ ਹੋਊਗੀ, ਕੰਮ ਹੋਊਗਾ, ਲੋਡ ਨਿਕਲੂਗਾ, ਮਾਲ ਚੱਕਾਂਗੇ, ਇੱਥੇ ਲੈ ਕੇ ਆਵਾਂਗੇ, ਲੋਡਿੰਗ ਅਨਲੋਡਿੰਗ ਕਰਾਂਗੇ, ਤਾਂ ਉਹ ਵੀ ਅੱਜ ਜਿਹੜਾ ਹੈਗਾ ਸਾਰਾ ਠੱਪ ਪਿਆ? ਸਾਰਾ ਠੱਪਿਆ ਜੀ ਉਰੇ। ਸਾਰੇ ਸਭ ਕੁਝ ਜਿਹਨਾਂ ਨੇ ਕਣਕ ਲੈਣੀ ਹੈ ਉਹ ਵੀ ਵਾਪਸ ਕਰ ਰਹੇ ਆ ਸਾਰੇ ਪੁੱਛ ਕੇ ਵੀ ਕਦੋਂ ਕਣਕ ਆਣਗੇ, ਵੀ ਅਸੀਂ ਲੈਣਗੇ ਘਰ ਵਾਸਤੇ। ਤਾਂ ਹਰ ਇੱਕ ਵਰਗ ਦੇ ਉੱਤੇ ਮਾਰ ਹੈਗੀ ਹੈ, ਜਿਹੜੇ ਇਸ ਅਦਾਇਗੀ ਦੇ ਸਿਸਟਮ ਦੇ ਨਾਲ ਜੁੜੇ ਹੋਏ ਨੇ, ਜਿਹੜੇ ਇਸ ਦੇ ਵਿੱਚ ਰੋਲ ਨਿਭਾ ਕਰਦੇ ਨੇ। ਤਾਂ ਹਰ ਇੱਕ ਵਿਅਕਤੀ ਨੂੰ ਜਿਹੜਾ ਹੈਗਾ ਉਹ ਇੱਥੇ ਮਾਰ ਝੱਲਣੀ ਪੈ ਰਹੀ ਹੈਗੀ ਹੈ। ਤਾਂ ਤਰਪਾਲਾਂ ਪਈਆਂ ਹੋਈਆਂ ਨੇ, ਢੇਰੀਆਂ ਕੁਝ ਲੱਗੀਆਂ ਹੋਈਆਂ ਨੇ, ਮਸ਼ੀਨਾਂ ਬੰਦ ਪਈਆਂ ਹੋਈਆਂ ਨੇ। ਤਾਂ ਇਹ ਹੈ ਉਹ ਫਰਮਾਨ ਦਾ ਅਸਰ ਜਿਹੜਾ ਕੇਂਦਰ ਸਰਕਾਰ ਦੇ ਵੱਲੋਂ ਜਾਰੀ ਕੀਤਾ ਗਿਆ ਸੀ। ਕੇਂਦਰ ਸਰਕਾਰ ਕਹਿੰਦੀ ਹੈ ਕਿ ਅਦਾਇਗੀ ਹੋਣੀ ਹੈ ਤਾਂ ਸਿੱਧਾ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਹੋਊਗੀ। ਕੇਂਦਰ ਆਪਣੀ ਜ਼ਿੱਦ ਦੇ ਉੱਤੇ ਅੜੀ ਹੋਈ ਹੈ ਤੇ ਉੱਥੇ ਹੀ ਪੰਜਾਬ ਦੇ ਵਿੱਚ ਆੜਤੀਏ ਦੇ ਕਿਸਾਨ ਕਹਿੰਦੇ ਨੇ ਕਿ ਜੇਕਰ ਅਦਾਇਗੀ ਕਰਨੀ ਹੈ ਤਾਂ ਉਹ ਆੜਤੀਆਂ ਦੇ ਜ਼ਰੀਏ ਹੀ ਕੀਤੀ ਜਾਵੇ। ਹੁਣ ਦੇਖਣਾ ਹੋਊਗਾ ਕਿ ਪੰਜਾਬ ਸਰਕਾਰ ਇਸ ਦਾ ਹੱਲ ਕਿੰਨੀ ਕੁ ਜਲਦੀ ਕੱਢ ਪਾਉਂਦੀ ਹੈ, ਕਿ ਉਹ ਆੜਤੀਆਂ ਨੂੰ ਸਮਝਾਉਣ ਦੇ ਵਿੱਚ ਕਾਮਯਾਬ ਹੁੰਦੀ ਹੈ ਜਾਂ ਨਹੀਂ ਹੁੰਦੀ। ਇਹ ਵੱਡਾ ਸਵਾਲ ਜਿਹੜਾ ਹੈਗਾ ਉਹ ਇਸ ਵੇਲੇ ਬਣ ਚੁੱਕਿਆ ਹੈ ਤੇ ਜਿਸ ਨੂੰ ਹੁਣ ਕੈਪਟਨ ਅਮਰਿੰਦਰ ਸਿੰਘ ਵੀ ਸੁਲਝਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਪਰ ਅੱਜ ਪਹਿਲੇ ਦਿਨ ਪੰਜਾਬ ਦੀ ਮੰਡੀਆਂ ਦੀ ਖਰੀਦ ਦਾ ਅਸੀਂ ਤੁਹਾਨੂੰ ਜਿਹੜੀ ਇਹ ਰਿਪੋਰਟ ਦਿਖਾਈ ਹੈ ਸਾਫ਼ ਤੌਰ ਦੇ ਉੱਤੇ ਬਿਆਨ ਕਰਦੀ ਹੈ ਕਿ ਮੰਡੀਆਂ ਸੁਨਸਾਨ ਪਈਆਂ ਹੋਈਆਂ ਨੇ, ਖਰੀਦ ਕਿਸੇ ਵੀ ਤਰੀਕੇ ਦੀ ਨਹੀਂ ਹੋ ਰਹੀ, ਕਿਸਾਨ ਖੱਜਲ ਹੋ ਰਹੇ ਨੇ, ਆੜ੍ਹਤੀ ਖੱਜਲ ਹੋ ਰਹੇ ਨੇ। ਕੈਮਰਾਮੈਨ ਬਜਿੰਦਰ ਦੇ ਨਾਲ ਗਗਨਦੀਪ ਸਿੰਘ, ਟੀਵੀ ਪੰਜਾਬ, ਖਰੜ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਕੂੜਾ ਟੈਕਸਟਾਈਲ ਮਿਲ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।